ਵਾਹਿਗੁਰੂ ਸਾਹਿਬ ਜੀ। ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕੀ ਤੋਈ। ਮੈਂ ਨਿਰਗੁਣਿਆਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ। ਤਰਸ ਪਿਆ ਮੇਰਾ ਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੇ ਤਾਂ ਜੀਵਾ, ਤਨ ਮਨ ਸੀਵੈ ਹਰਿਆ। ਨਾਨਕ ਨਾਮ ਮਿਲੇ ਤਾਂ ਜੀਵਾ, ਤਨ ਮਨ ਸੀਵੈ ਹਰਿਆ। ਹੋਵੈ ਸਿਫਤ ਕਸਮ ਨੂਰ ਅਰਸੋਂ ਕੁਰਸੋਂ ਛਟੀਐ, ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕਟੀਐ, ਸਜਨ ਸਚਿਆ ਪਾਤਸ਼ਾਹ। ਸਿਰ ਸਾਂਦ ਸਾਹੋ, ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਰੂ ਮਹਲਾ ਪਹਿਲਾ। ਬਿਨ ਬਾਦ ਵਿਰੋਧੈ ਕੋਈ ਨਾਹੀ, ਮੈਂ ਦਿਖਾ ਲਿਓ ਤਿਸ ਸਲਾਹੀ। ਮਨ ਤਨ ਅਰਪ ਮਿਲੈ ਜਗ ਜੀਵਨ, ਹਰਿ ਸਿਉ ਬਣਤ ਬਣਾਈ ਹੈ। ਬਿਨ ਬਾਦ ਵਿਰੋਧੈ ਕੋਈ ਨਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ। ਆਪ ਸੰਗਤ ਨੇ ਸਤਿਗੁਰਾਂ ਦੇ ਦਰਬਾਰ ਵਿੱਚ ਬੈਠ ਕੇ ਗੁਰਬਾਣੀ ਦੇ ਰਸ ਭਿੰਨੇ, ਕੀਰਤਨ ਸ਼ਬਦ ਸਰਵਣ ਕੀਤੇ। ਸਤਿਗੁਰੂ ਜੀ ਇਸ ਵੇਲੇ ਗੁਰਬਾਣੀ ਦੀ ਕਥਾ ਦੇ ਨਾਲ ਸਾਨੂੰ ਨਿਹਾਲ ਕਰ ਰਹੇ ਨੇ। ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨ ਸਰਵਣ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬਿਨ ਬਾਦ ਵਿਰੋਧ ਹੈ ਕੋਈ ਨਹੀਂ। ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਦੇ, ਕਹਿਣ ਲੱਗੇ ਸੰਸਾਰ ਦੇ ਵਿੱਚ ਕਈ ਤਰ੍ਹਾਂ ਦੇ ਧਰਮ ਬਣੇ, ਕਈ ਤਰ੍ਹਾਂ ਦੇ ਫਿਰਕੇ ਬਣੇ, ਕਈ ਤਰ੍ਹਾਂ ਦੇ ਸੰਨਿਆਸੀ ਸਾਧੂ ਬਣੇ, ਪਰ ਕੋਈ ਵੀ ਬਾਦ ਕਹੀਏ ਜੋ ਝਗੜਾ ਹੈ, ਝਗੜੇ ਤੇ ਖਾਲੀ ਕੋਈ ਵੀ ਨਹੀਂ ਹੈ। ਹਰੇਕ ਦਾ ਦੂਜੇ ਨਾਲ ਝਗੜਾ ਪਿਆ ਹੋਇਆ ਹੈ। ਜਿਵੇਂ ਭੱਟਾਂ ਨੇ ਬਚਨ ਕੀਤੇ ਸਨ, ਕਹਿਣ ਲੱਗੇ ਮਹਾਰਾਜ ਸਾਹਿਬ ਜੀ, ਸੰਨਿਆਸੀ ਇਹ ਤਪਸੀਏ ਮੁਖੋਂ ਇਹ ਪੰਡਤ ਮਿੱਠੇ। ਇਹ ਸੰਨਿਆਸੀ ਲੋਕ, ਇਹ ਤਪੱਸਿਆ ਕਰਨ ਵਾਲੇ ਤਪਸਵੀ ਲੋਕ, ਇਹ ਬੜੇ ਬੜੇ ਪੰਡਤ ਵਿਦਵਾਨ, ਇਹ ਵੇਖਣ ਨੂੰ ਤੇ ਮਿੱਠੇ ਲੱਗਦੇ, ਮੂੰਹ ਤੋਂ ਮਿੱਠੀਆਂ ਗੱਲਾਂ ਕਰਦੇ, ਪਰ ਜਦੋਂ ਅਸੀਂ ਇਹਨਾਂ ਦੇ ਵਿੱਚ ਭਾਵੇਂ ਕਿੰਨੇ ਵੀ ਮਤ ਨੇ ਸਾਧੂ ਸੰਤਾਂ ਦੇ, ਕਿਸੇ ਦੇ ਵਿੱਚ ਝਗੜਾ, ਕਿਸੇ ਵਿੱਚ ਵਿਰੋਧ ਬਣਿਆ ਹੀ ਹੋਇਆ ਹੈ।
ਇਹ ਝਗੜਾ ਤੇ ਵਿਰੋਧ ਕਦੇ ਖਤਮ ਹੁੰਦਾ ਹੀ ਨਹੀਂ। ਨਾ ਹੀ ਕੋਈ ਇਹੋ ਜਿਹੀ ਜਗ੍ਹਾ ਹੈ ਹੀ ਨਹੀਂ ਹੈ ਜਿੱਥੇ ਵੈਰ ਵਿਰੋਧ ਨਾ ਹੋਵੇ। ਸੋ ਭਾਵੇਂ ਧਾਰਮਿਕ ਨੇ, ਸਾਧੂ ਸੰਤ ਨੇ, ਤਪੱਸਿਆ ਕਰਨ ਵਾਲੇ ਰਿਸ਼ੀ ਮੁਨੀ ਨੇ, ਉਹਨਾਂ ਵਿੱਚ ਵੀ ਇਹ ਵੈਰ ਵਿਰੋਧ ਬਣਿਆ ਹੋਇਆ। ਕੋਈ ਇਸ ਤਰ੍ਹਾਂ ਦੀ ਥਾਂ ਨਹੀਂ ਹੈ ਜਿੱਥੇ ਵੈਰ ਵਿਰੋਧ ਨਹੀਂ ਹੈ। ਮੈਂ ਦਿਖਾ ਲਿਓ ਤਿਸ ਸਲਾਹੀ। ਮਹਾਰਾਜ ਕਹਿਣ ਲੱਗੇ ਕੋਈ ਹੈ ਇਹੋ ਜਿਹੀ ਜਗ੍ਹਾ ਜਿੱਥੇ ਇਹ ਵੈਰ ਵਿਰੋਧ ਨਾ ਹੋਵੇ। ਗੁਰਮੁਖੋ ਵੈਰ ਹੁੰਦਾ ਹੈ ਜਿਹੜਾ ਪੀੜ੍ਹੀ ਦਰ ਪੀੜ੍ਹੀ ਪਿਆ ਹੀ ਰਵੇ, ਉਹਨੂੰ ਵੈਰ ਕਿਹਾ ਜਾਂਦਾ ਹੈ। ਆਪਾਂ ਆਮ ਹੀ ਕਹਿ ਦਿੰਦੇ 7 ਪੀੜ੍ਹੀਆਂ ਦਾ ਇਹਨਾਂ ਦਾ ਵੈਰ ਹੈ। ਵੈਰ ਤੋਂ ਭਾਵ ਲੈ ਲੈਣਾ ਪੀੜ੍ਹੀ ਦਰ ਪੀੜ੍ਹੀ ਜਿਹੜਾ ਚੱਲਦਾ ਰਵੇ ਇੱਕ ਦੂਜੇ ਨਾਲ ਝਗੜਾ। ਜਿਵੇਂ ਚੂਹੇ ਤੇ ਬਿੱਲੀ ਦਾ, ਇਹ ਆਪਸ ਵਿੱਚ ਵੈਰ ਮੰਨਿਆ ਜਾਂਦਾ। ਬਿੱਲੀ ਨੇ ਕਿੰਨੇ ਜਨਮ ਲੈ ਲਏ, ਚੂਹੇ ਨੇ ਕਿੰਨੇ ਜਨਮ ਲੈ ਲਏ, ਪਰ ਉਹਨਾਂ ਦਾ ਵੈਰ ਖਤਮ ਨਹੀਂ ਹੋਇਆ। ਜਦੋਂ ਬਿੱਲੀ ਚੂਹੇ ਨੂੰ ਵੇਖਦੀ ਹਮਲਾ ਕਰ ਦਿੰਦੀ ਹੈ। ਇਹ ਐਸਾ ਵੈਰ ਬਣਿਆ ਹੋਇਆ। ਜਿਵੇਂ ਕਸਾਈ ਦਾ ਤੇ ਬੱਕਰੇ ਦਾ ਵੈਰ ਬਣਿਆ ਹੋਇਆ, ਕਸਾਈ ਬੱਕਰੇ ਨੂੰ ਉਸੇ ਵੇਲੇ ਮਾਰ ਦਿੰਦਾ ਹੈ। ਇਹ ਇਸ ਤਰ੍ਹਾਂ ਵੈਰ ਜਿਹੜਾ ਪੀੜ੍ਹੀ ਦਰ ਪੀੜ੍ਹੀ ਬਣਿਆ ਹੈ ਉਸਨੂੰ ਵੈਰ ਕਹਿੰਦੇ। ਮਹਾਰਾਜ ਕਹਿੰਦੇ ਮਨੁੱਖਾਂ ਨੇ ਵੀ ਇਹ ਪੀੜ੍ਹੀ ਦਰ ਪੀੜ੍ਹੀ ਵੈਰ ਜਿਹੜਾ ਹੈ ਉਹ ਬਣਾ ਕੇ ਰੱਖਿਆ ਹੋਇਆ ਹੈ, ਆਪਣੇ ਵੈਰ ਦਾ ਬਦਲਾ ਲੈਂਦੇ। ਜਿਵੇਂ ਭਗਵਾਨ ਰਾਮਚੰਦਰ ਜੀਆਂ ਨੇ ਤੀਰ ਮਾਰ ਕੇ ਉਸ ਵੇਲੇ ਬਾਲੀ ਨੂੰ ਮਾਰਿਆ ਨਾ, ਤਾਂ ਉਹਨੇ ਆਖਿਆ ਮੈਂ ਇਸ ਵੈਰ ਦਾ ਜ਼ਰੂਰ ਬਦਲਾ ਲਵਾਂਗਾ। ਤੇ ਕਹਿਣ ਲੱਗੇ ਕੋਈ ਗੱਲ ਨਹੀਂ, ਸਮਾਂ ਆਵੇਗਾ ਤੂੰ ਬਦਲਾ ਲੈ ਲਵੇਂ। ਫਿਰ ਕੁਝ ਸਮੇਂ ਬਾਅਦ, ਕਈ ਜਨਮ ਲੈਣ ਤੋਂ ਬਾਅਦ ਵਿੱਚ ਫਿਰ ਉਹ ਫੰਦਕ ਦੇ ਰੂਪ ਦੇ ਵਿੱਚ ਆਇਆ। ਭਗਵਾਨ ਕ੍ਰਿਸ਼ਨ ਜੀਆਂ ਦੇ ਚਰਨਾਂ ਵਿੱਚ ਤੀਰ ਮਾਰ ਕੇ ਉਸਨੇ ਮਾਰਿਆ। ਸੋ ਇਸ ਤਰ੍ਹਾਂ ਇਹ ਜਿਹੜਾ ਵੈਰ ਹੈ ਇਹ ਪੀੜ੍ਹੀ ਦਰ ਪੀੜ੍ਹੀ ਕਈ ਕੁਲਾਂ ਤੱਕ ਅੱਗੇ ਤੁਰਿਆ ਜਾਂਦਾ। ਇਸ ਨੂੰ ਵੈਰ ਕਹਿੰਦੇ। ਚੂਹੇ ਬਿੱਲੀ ਦਾ ਵੈਰ, ਕਸਾਈ ਬੱਕਰੇ ਦਾ ਵੈਰ, ਜਾਂ ਪੁਸ਼ਤੈਨੀ ਵੈਰ ਜਿਸ ਨੂੰ ਆਖਿਆ ਜਾਂਦਾ। ਵਿਰੋਧ ਕਿਹਾ ਜਾਂਦਾ ਹੈ ਜਿਹੜਾ ਬਿਨਾਂ ਕਿਸੇ ਗੱਲ ਤੋਂ ਕਿਸੇ ਦੇ ਕੰਮ ਦੇ ਵਿੱਚ ਅੜਚਣ ਡਾ ਦੇਣੀ, ਭਾਵੇਂ ਕਿ ਉਹਦੇ ਵਿੱਚੋਂ ਲਾਭ ਹੋਵੇ ਤੇ ਭਾਵੇਂ ਨਾ ਹੋਵੇ, ਪਰ ਉਹਦੇ ਵਿੱਚ ਹਰੇਕ ਵੇਲੇ ਉਹੀ ਵੇਖਣਾ ਵੀ ਇਹਦਾ ਨੁਕਸਾਨ ਹੋਣਾ ਚਾਹੀਦਾ ਹੈ, ਮੇਰਾ ਭਾਵੇਂ ਲਾਭ ਹੋਵੇ ਜਾਂ ਨਾ ਹੋਵੇ। ਜਿਵੇਂ ਰਾਜਨੀਤਿਕ ਪਾਰਟੀਆਂ ਨੇ ਨਾ ਗੁਰਮੁਖੋ, ਇੱਕ ਪਾਰਟੀ ਜਾਂ ਸਮੇਂ ਦੀ ਸਰਕਾਰ ਕੁਝ ਲੈ ਕੇ ਆਉਣਾ ਚਾਹਵੇ ਕ੍ਰਾਂਤੀਕਾਰੀ, ਕੋਈ ਦੁਨੀਆ ਦੇ ਫਾਇਦੇ ਵਾਸਤੇ, ਭਲੇ ਵਾਸਤੇ, ਦੂਜੀ ਪਾਰਟੀ ਉਸੇ ਵੇਲੇ ਵਿਰੋਧ ਕਰਦੀ ਹੈ ਵੀ ਨਹੀਂ ਨਹੀਂ ਇਹ ਨਹੀਂ ਹੋ ਸਕਦਾ ਹੈ। ਉਹ ਦੁਨੀਆ ਦੇ ਵਿੱਚ ਫਿਰ ਦੱਸਣਾ ਪੈਂਦਾ ਉਹਨਾਂ ਨੂੰ ਵੀ ਇਹ ਬੜਾ ਨੁਕਸਾਨਦੇਹੀ ਕਾਨੂੰਨ ਬਣਨ ਲੱਗਾ ਹੈ, ਭਾਵੇਂ ਉਹ ਚੰਗੇ ਵਾਸਤੇ ਹੀ ਬਣਦਾ ਪਿਆ ਹੋਵੇ। ਇਸ ਤਰ੍ਹਾਂ ਕਿਸੇ ਦੇ ਚੰਗੇ ਕੰਮ ਨੂੰ ਰੋਕ ਕੇ ਉਹਦੇ ਵਿੱਚ ਕੋਈ ਨਾ ਕੋਈ ਇਸ ਤਰ੍ਹਾਂ ਦਾ ਕਾਰਜ ਕਰ ਦੇਣਾ ਵੀ ਕੰਮ ਰੁਕ ਹੀ ਜਾਵੇ, ਉਹਨੂੰ ਕਹਿੰਦੇ ਵਿਰੋਧ ਕਰਨਾ। ਪਾਤਸ਼ਾਹ ਕਹਿਣ ਲੱਗੇ ਇਹ ਦੁਨੀਆ ਵਿੱਚ ਵੈਰ ਵੀ ਬਣਿਆ ਆਉਂਦਾ ਹੈ ਤੇ ਦੁਨੀਆ ਵਿੱਚ ਵਿਰੋਧ ਵੀ ਹਮੇਸ਼ਾ ਬਣਿਆ ਹੀ ਰਿਹਾ ਹੈ। ਇਸ ਤਰ੍ਹਾਂ ਦੁਨੀਆ ਦੇ ਲੋਕ ਵੈਰ ਵਿਰੋਧ ਕਰਦੇ, ਕੋਈ ਜਗ੍ਹਾ ਖਾਲੀ ਨਹੀਂ ਹੈ। ਮਨ ਤਨ ਅਰਪ ਮਿਲਾਏ ਜਗ ਜੀਵਨ। ਮੈਂ ਦਿਖਾਲੋ ਹੋ। ਪਾਤਸ਼ਾਹ ਕਹਿਣ ਲੱਗੇ ਕੋਈ ਹੈ ਇਹੋ ਜਿਹੀ ਜਗ੍ਹਾ, ਜੇ ਕੋਈ ਹੈ ਤੇ ਸਾਨੂੰ ਵਿਖਾ ਦੇਣਾ ਕਰੋ। ਮਨ ਤਨ ਅਰਪ ਮਿਲਾਏ ਜਗ ਜੀਵਨ। ਇਸ ਸਾਲਾਹੀ ਜੇ ਕੋਈ ਇਹੋ ਜਿਹੀ ਜਗ੍ਹਾ ਦਿਸ ਪਵੇ ਤੁਹਾਨੂੰ ਨਾ, ਕੋਈ ਇਹੋ ਜਿਹਾ ਸਾਧੂ ਦਿਸ ਪਵੇ, ਤੇ ਫਿਰ ਉਹਦੀ ਸਲਾਹੁਤਾ ਅਸੀਂ ਕਰਾਂਗੇ, ਭਾਵ ਅਸੀਂ ਪੂਜਾ ਕਰਾਂਗੇ ਜੇ ਕੋਈ ਇਹੋ ਜਿਹਾ ਮਿਲ ਜਾਵੇ। ਤੇ ਗੁਰਮੁਖੋ ਜੇ ਆਪਾਂ ਸਤਿਗੁਰਾਂ ਦੀ ਗੁਰਬਾਣੀ ਨੂੰ ਪੜ੍ਹੀਏ ਨਾ, ਫਿਰ ਉੱਥੇ ਬਚਨ ਇਹ ਪ੍ਰਾਪਤ ਹੁੰਦਾ ਹੈ ਕਿ ਇੱਕ ਬ੍ਰਹਮ ਗਿਆਨੀ ਐਸੀ ਅਵਸਥਾ ਦਾ ਮਾਲਕ ਹੋਇਆ ਕਰਦਾ ਹੈ ਜਿਹਦਾ ਕਿਸੇ ਨਾਲ ਵੈਰ ਵਿਰੋਧ ਨਹੀਂ ਹੈ, ਕਿਉਂਕਿ ਬ੍ਰਹਮ ਗਿਆਨੀ ਖੁਦ ਪਰਮੇਸ਼ਰ ਦਾ ਰੂਪ ਹੋ ਗਿਆ ਹੈ। ਤੇ ਪਰਮੇਸ਼ਰ ਦੇ ਪ੍ਰਥਾਏ ਬਚਨ ਆ ਜਾਂਦਾ ਨਿਰਭਉ ਨਿਰਵੈਰ। ਪਰਮਾਤਮਾ ਡਰ ਤੋਂ ਰਹਿਤ ਹੈ, ਪਰਮਾਤਮਾ ਵੈਰ ਤੋਂ ਰਹਿਤ ਹੈ। ਐਸੇ ਤਰ੍ਹਾਂ ਜਿਹੜੇ ਬ੍ਰਹਮ ਗਿਆਨੀ ਨੇ ਉਹ ਫਿਰ ਵੈਰ ਤੋਂ ਰਹਿਤ ਹੋ ਜਾਂਦੇ, ਜਿਹੜੇ ਬ੍ਰਹਮ ਦੀ ਅਵਸਥਾ ਵਿੱਚ ਪਹੁੰਚ ਜਾਂਦੇ। ਕਹਿੰਦੇ ਭਾਈ ਹੋਵੇ ਕੋਈ ਇਸ ਤਰ੍ਹਾਂ ਦਾ ਤੇ ਫਿਰ ਉਸ ਦੀ ਪੂਜਾ ਕਰਨਾ ਕਰੀਏ। ਮਨ ਤਨ ਅਰਪ ਮਿਲਾਏ ਜਗ ਜੀਵਨ। ਇਸ ਕਰਕੇ ਗੁਰਮੁਖਾ ਆਪਣਾ ਜਿਹੜਾ ਮਨ ਹੈ ਨਾ ਇਹ ਗੁਰੂ ਨੂੰ ਅਰਪਣ ਕਰਦੇ, ਅਤੇ ਤਨ ਵੀ ਆਪਣਾ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਆ। ਜਦੋਂ ਗੁਰੂ ਨੂੰ ਤਨ ਮਨ ਭੇਟ ਕਰੇਗਾ, ਸਤਿਗੁਰਾਂ ਦੀ ਪ੍ਰਸੰਨਤਾ ਤੇਰੇ ਉੱਪਰ ਹੋਵੇਗੀ। ਤੇ ਪਾਤਸ਼ਾਹ ਕਹਿਣ ਲੱਗੇ ਫਿਰ ਮਿਲੇ ਜਗ ਜੀਵਨ, ਜਗਤ ਨੂੰ ਜੀਵਨ ਦੇਣ ਵਾਲੇ ਜੋ ਪਰਮੇਸ਼ਰ ਨੇ, ਫਿਰ ਉਹਨਾਂ ਦੀ ਪ੍ਰਾਪਤੀ ਹੁੰਦੀ ਹੈ। ਹਰ ਸਿਓ ਬਣਤ ਬਣਾਈ ਹੈ। ਕਿਉਂਕਿ ਜਿਹੜੇ ਸਤਿਗੁਰੂ ਨੇ ਉਹ ਐਸੇ ਨੇ ਜਿਹੜੇ ਹਰੀ ਪ੍ਰਮਾਤਮਾ ਦੇ ਨਾਲ ਤੇਰੀ ਬਣਤ ਬਣਾ ਦੇਣਗੇ, ਤੇਰਾ ਮਿਲਾਪ ਕਰਾ ਦੇਣਗੇ। ਬਾਣੀ ਦਾ ਬਚਨ ਆਪਾਂ ਪੜ੍ਹਦੇ ਹਾਂ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਕਿ ਇਹ ਜੋ ਰਾਮ ਹੈ ਤੇ ਜਿਹੜੇ ਸੰਤ ਨੇ ਇੱਕ ਰੂਪ ਹੀ ਹਨ। ਮੁਕਤ ਜੋ ਦਾਤਾ ਰਾਮ ਕੋ ਸੰਤ ਜਪਾਵੈ ਰਾਮ, ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ।
ਸਤਿਗੁਰੂ ਪਾਤਸ਼ਾਹ ਸੰਤ ਸਰੂਪ ਨੇ। ਕਿਸ ਵਾਸਤੇ? ਕਿਉਂਕਿ ਮਹਾਰਾਜ ਨਾਮ ਜਪਾਉਂਦੇ, ਨਾਮ ਜਪਾ ਕੇ ਸਿੱਖ ਨੂੰ ਪ੍ਰਮਾਤਮਾ ਦੀ ਪ੍ਰਾਪਤੀ ਕਰਵਾ ਦਿੰਦੇ, ਮੁਕਤੀ ਦੇ ਦਿੰਦੇ। ਪਾਤਸ਼ਾਹ ਕਹਿਣ ਲੱਗੇ, ਭਾਈ ਹਰਿ ਬਣਤ ਬਣਾਈ ਹੈ। ਸਤਿਗੁਰੂ ਹਰੀ ਹਰਿ ਪਰਮੇਸ਼ਰ ਦਾ ਹੀ ਰੂਪ ਹਨ। ਨਾਮ ਜਪਾ ਕੇ ਉਹਦੇ ਨਾਲ ਬਣਤ ਬਣਾਈ, ਉਹਦੇ ਨਾਲ ਮਿਲਾਪ ਬਣਾ ਦਿੰਦੇ। ਐਸੀ ਮਹਾਰਾਜ ਬਣਤ ਬਣਾ ਦਿੰਦੇ ਹਨ। ਪ੍ਰਭ ਕੀ ਗਤ ਮਿਤ ਕੋਇ ਨਾ ਪਾਵੈ। ਪਰਮਾਤਮਾ ਅਕਾਲ ਪੁਰਖ ਦੀ ਜਿਹੜੀ ਮਿਤ ਮਰਿਆਦਾ ਹੈ ਨਾ, ਉਹ ਮਰਿਆਦਾ ਦੀ ਪ੍ਰਾਪਤੀ ਜਿਹੜੀ ਹੈ, ਉਸ ਦੀ ਗਤੀ ਜਿਹੜੀ ਹੈ, ਉਹਨੇ ਕੀ ਕਰਨਾ ਹੈ, ਹੁਣ ਕੀ ਕੀਤਾ, ਕੱਲ ਕੀ ਕਰਨਾ, ਅੱਗੇ ਕੀ ਕਰੇਗਾ, ਇਸ ਗਤ ਦੀ ਮਰਿਆਦਾ ਨੂੰ ਕੋਈ ਨਹੀਂ ਜਾਣਦਾ ਹੈ। ਦੁਨੀਆ ਹਰ ਕੀ ਗਤ ਨਹਿ ਕੋਊ ਜਾਣੈ, ਜੋਗੀ ਜੋਗੀ ਜਪੀ ਤਪੀ ਪਛ ਹਾਰੇ, ਅਰਬਹੁ ਲੋਕ ਸਿਆਣੇ। ਗੁਰਬਾਣੀ ਦਾ ਬਚਨ ਗੁਰੂ ਨਾਵੇਂ ਪਾਤਸ਼ਾਹ ਕਹਿਣ ਲੱਗੇ, ਪਰਮਾਤਮਾ ਦੀ ਗਤੀ ਕੀ ਹੈ, ਉਹਨੇ ਕੀ ਕਰਨਾ ਹੈ, ਉਹ ਕੋਈ ਜਾਣ ਸਕਦਾ ਹੀ ਨਹੀਂ ਹੈ। ਵੱਡੇ ਵੱਡੇ ਜੋਗੀ ਹੋਏ, ਤਪੀ ਹੋਏ, ਜਗ ਕਰਨ ਵਾਲੇ, ਦਾਨ ਕਰਨ ਵਾਲੇ, ਅਰਬਹੁ ਲੋਕ ਸਿਆਣੇ, ਬੜੇ ਬੜੇ ਸਿਆਣੇ, ਆਪਣੇ ਆਪ ਨੂੰ ਕਹਾਉਣ ਵਾਲੇ, ਗ੍ਰੰਥਾਂ ਨੂੰ ਪੜ੍ਹਨ ਵਾਲੇ, ਇਸ ਤਰ੍ਹਾਂ ਦੇ ਦੁਨੀਆ ਤੇ ਹੋ ਕੇ ਚਲੇ ਗਏ। ਪਰ ਪਰਮਾਤਮਾ ਦੀ ਗਤ ਜਿਹੜੀ ਹੈ ਨਾ, ਉਸ ਦੀ ਮਿਤ ਮਰਿਆਦਾ ਨੂੰ ਕੋਈ ਪਾ ਹੀ ਨਹੀਂ ਸਕਿਆ ਹੈ। ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਗੁਰਬਾਣੀ ਦਾ ਮਹਾਵਾਕ ਆਪਾਂ ਪੜ੍ਹਿਆ। ਪਰਮਾਤਮਾ ਆਪਣੀ ਜਿਹੜੀ ਗਤ ਹੈ ਨਾ, ਉਹਦੀ ਮਰਿਆਦਾ ਨੂੰ ਉਹ ਆਪ ਹੀ ਜਾਣਦਾ ਹੈ। ਉਹਦੇ ਬਿਨਾਂ ਕੋਈ ਵੀ ਉਸ ਦੀ ਮਰਿਆਦਾ ਦਾ ਅੰਤ ਨਹੀਂ ਪਾਉਂਦਾ ਹੈ। ਜੇ ਕੋ ਵੱਡਾ ਕਹਾਏ ਵਡਾਈ ਖਾਵੈ। ਦੁਨੀਆ ਵਿੱਚ ਲੋਕ ਆਖਦੇ ਮੈਂ ਵੱਡਾ ਹਾਂ, ਆਹ ਵੇਖੋ ਮੇਰੀ ਕੁੱਲ ਵੱਡੀ ਹੈ, ਮੇਰਾ ਖਾਨਦਾਨ ਵੱਡਾ, ਮੇਰਾ ਰੁਤਬਾ ਵੱਡਾ ਹੈ, ਮੇਰੇ ਕੋਲ ਪੈਸਾ ਬਹੁਤਾ ਹੈ ਤੇ ਮੈਂ ਵੱਡਾ ਆਦਮੀ ਹਾਂ। ਇਹ ਵਡਿਆਈ ਦੀ ਜਿਹੜੀ ਫੂਕ ਹੈ ਨਾ, ਹਰੇਕ ਬੰਦਾ ਖਾਂਦਾ ਪਿਆ। ਮੇਰੇ ਜਿੰਨੀ ਕੋਈ ਸਿਫਤ ਨਹੀਂ ਕਰ ਸਕਦਾ, ਮੇਰੇ ਵਰਗਾ ਚੰਗਾ ਬੋਲ ਨਹੀਂ ਸਕਦਾ, ਮੇਰੇ ਵਰਗਾ ਚੰਗਾ ਲਿਖ ਨਹੀਂ ਸਕਦਾ, ਮੇਰੇ ਵਰਗੀ ਕੋਈ ਕਮਾਈ ਨਹੀਂ ਕਰ ਸਕਦਾ, ਮੇਰੇ ਵਰਗੇ ਚੰਗੇ ਗੁਣ ਕਿਸੇ ਕੋਲ ਹੈ ਹੀ ਨਹੀਂ। ਇਹ ਆਪਣੇ ਆਪ ਨੂੰ ਵੱਡਾ ਕਹਾਉਣ ਦਾ ਜਿਹੜਾ ਯਤਨ ਹੈ, ਦੁਨੀਆ ਵਿੱਚ ਹਰੇਕ ਵਿਅਕਤੀ ਕਰਦਾ ਹੈ। ਮਹਾਰਾਜ ਕਹਿਣ ਲੱਗੇ, ਜੇ ਕੋਈ ਵੱਡਾ ਕਹਾਏ, ਜੇ ਕੋਈ ਦੁਨੀਆ ਵਿੱਚ ਆਪਣੇ ਆਪ ਨੂੰ ਵੱਡਾ ਕਹਾਉਂਦਾ ਵੀ ਹੈ ਨਾ, ਵੀ ਮੇਰੇ ਵਰਗਾ ਨਹੀਂ ਜੇ ਕੋਈ ਹੋਏਗਾ, ਤੇ ਪਾਤਸ਼ਾਹ ਕਹਿੰਦੇ ਵਡਾਈ ਖਾਵੈ। ਉਹ ਆਪਣੀ ਵਡਿਆਈ ਨੂੰ ਖਾਂਦਾ, ਵੀ ਦੁਨੀਆ ਮੈਨੂੰ ਮਾਣ ਦੇਵੇ, ਸਨਮਾਨ ਦੇਵੇ, ਦੁਨੀਆ ਇਹ ਗੱਲ ਕਵੇ ਵੀ ਇਹਦੇ ਵਰਗਾ ਕੋਈ ਨਹੀਂ ਹੈ। ਆਪਣੀ ਵਡਿਆਈ ਦੀ ਆਪ ਉਹ ਵਡਿਆਈ ਖਾਂਦਾ ਹੈ, ਆਪਣੇ ਵੱਡੇ ਪੁਣੇ ਦੀ ਵਡਿਆਈ ਖਾਂਦਾ ਹੈ। ਐਸੇ ਵਡਿਆਈ ਵਿੱਚ ਉਹ ਜਿਉਂਦਾ ਹੈ। ਪਰ ਉਹ ਇਹ ਨਹੀਂ ਜਾਣਦਾ ਕਿ ਮੇਰੀ ਵਡਿਆਈ ਜਿਹੜੀ ਹੈ, ਇਹ ਮੈਨੂੰ ਹਉਮੈ ਦੇ ਵਿੱਚ ਲੈ ਕੇ ਚੱਲੀ, ਹੰਕਾਰ ਦੇ ਵਿੱਚ ਪ੍ਰਾਪਤੀ ਕੁਝ ਨਹੀਂ ਹੋਣੀ ਹੈ। ਇੱਕ ਰਾਜ ਦੇ ਵਿੱਚ ਇੱਕ ਮਹਾਤਮਾ ਰਹਿੰਦੇ, 6 ਮਹੀਨੇ ਬਾਅਦ ਗੁਫਾ ਚੋਂ ਨਿਕਲਦੇ। ਰਾਜਾ ਬੜੀ ਪੂਜਾ ਕਰਦਾ, ਤੇ ਕੋਈ ਉੱਥੇ ਨਾ ਪੂਰਨ ਸੰਤ ਆ ਗਏ, ਤੇ ਰਾਜੇ ਨੇ ਆਪਣੇ ਸੰਤ ਦੀ ਸਿਫਤ ਕੀਤੀ। ਕਹਿਣ ਲੱਗਾ, ਜੀ ਸਾਡੇ ਵੀ ਇੱਕ ਰਾਜ ਵਿੱਚ ਮਹਾਤਮਾ ਰਹਿੰਦੇ, ਉਹ 6 ਮਹੀਨੇ ਭੋਜਨ ਹੀ ਨਹੀਂ ਛਕਦੇ, ਗੁਫਾ ਵਿੱਚ ਹੀ ਬੈਠੇ ਰਹਿੰਦੇ, 6 ਮਹੀਨੇ ਬਾਅਦ ਦਰਸ਼ਨ ਕਰਦੇ, ਦਰਸ਼ਨ ਦਿੰਦੇ ਬਾਹਰ ਆ ਕੇ, ਬੜਾ ਉਹਨਾਂ ਦਾ ਜੀਵਨ ਹੈ। ਜਦੋਂ ਰਾਜੇ ਨੇ ਐਸਾ ਬਚਨ ਉਹ ਮਹਾਤਮਾ ਨੂੰ ਕਿਹਾ ਨਾ, ਜਿਹੜੇ ਬਾਹਰੋਂ ਆਏ, ਉਹ ਬੜੇ ਤਤਵੇ ਤੇ ਗੁਰਮੁਖ ਸਨ। ਉਹ ਸਮਝ ਗਿਆ ਵੀ ਕਾਰਨ ਕੀ ਹੈ। ਕਹਿਣ ਲੱਗੇ, ਰਾਜਨ ਇਸ ਵਾਰੀ ਜਦੋਂ ਮਹਾਤਮਾ ਬਾਹਰ ਨਿਕਲਣਗੇ, ਤੁਸੀਂ ਲੈਣ ਨਹੀਂ ਜਾਣਾ ਅੱਗੋਂ, ਤੇ ਸਿਪਾਹੀਆਂ ਨੂੰ ਕਹਿ ਦਿਓ ਵੀ ਸਾਰੇ ਲੋਕਾਂ ਨੂੰ ਸ਼ਹਿਰ ਨੂੰ ਰੋਕ ਦਿੱਤਾ ਜਾਵੇ। ਗੁਰਮੁਖੋ ਇਸੇ ਤਰ੍ਹਾਂ ਹੀ ਹੋਇਆ। ਮਹਾਤਮਾ ਗੁਫਾ ਚੋਂ ਬਾਹਰ ਨਿਕਲੇ, ਕੋਈ ਲੈਣ ਹੀ ਨਹੀਂ ਗਿਆ, ਕਿਸੇ ਨੇ ਜੀ ਆਇਆ ਹੀ ਨਹੀਂ ਕਿਹਾ। ਗੁਫਾ ਦੇ ਦਰਵਾਜ਼ੇ ਤੇ ਡਿੱਗ ਪਿਆ ਤੇ ਮੌਤ ਹੋ ਗਈ। ਰਾਜਾ ਬੜਾ ਹੈਰਾਨ ਹੋਇਆ ਵੀ ਇਹ ਤੇ ਅੱਗੇ ਵੀ ਇਸੇ ਤਰ੍ਹਾਂ ਹੀ 6-6 ਮਹੀਨੇ ਗੁਫਾ ਵਿੱਚ ਰਹਿੰਦੇ, ਤੇ ਫਿਰ ਬਾਹਰ ਆਉਂਦੇ, ਤੇ ਐਤਕੀ ਬਾਹਰ ਆਏ ਤੇ ਮਾਰੀ ਗਏ ਨੇ। ਉਸ ਵੇਲੇ ਉਹ ਜਿਹੜੇ ਬਾਹਰੋਂ ਮਹਾਤਮਾ ਆਏ, ਫਿਰ ਉਹਨਾਂ ਨੂੰ ਪੁੱਛਿਆ ਰਾਜੇ ਨੇ ਵੀ ਕਾਰਨ ਕੀ ਹੈ। ਉਹ ਮਹਾਤਮਾ ਕਹਿਣ ਲੱਗੇ, ਕਾਰਨ ਇਹ ਹੈ, ਇਹ 6 ਮਹੀਨੇ ਗੁਫਾ ਦੇ ਵਿੱਚ ਇਸੇ ਆਸਰੇ ਜਿਉਂਦਾ ਰਹਿੰਦਾ ਸੀ ਕਿ ਜਦੋਂ ਮੈਂ 6 ਮਹੀਨਿਆਂ ਬਾਅਦ ਨਿਕਲਾਂਗਾ, ਲੋਕ ਮੇਰੀ ਜੈ ਜੈਕਾਰ ਕਰਨਗੇ ਤੇ ਮੈਨੂੰ ਵਡਿਆਈ ਦੇਣਗੇ, ਮਾਣ ਮਿਲੇਗਾ। ਇਹ ਮਾਣ ਦੇ ਚੱਕਰ ਵਿੱਚ 6 ਮਹੀਨੇ ਭੁੱਖ ਕੱਟਦਾ ਰਿਹਾ। ਅੱਜ ਇਹ ਬਾਹਰ ਨਿਕਲਿਆ, ਉਹ ਇਹਨੂੰ ਮਾਣ ਮਿਲਿਆ ਨਹੀਂ, ਸਨਮਾਨ ਨਹੀਂ ਮਿਲਿਆ, ਉਹ ਜੈ ਜੈਕਾਰ ਨਹੀਂ ਮਿਲੀ, ਤੇ ਭੁੱਖ ਦਾ ਦੁੱਖ ਤੇ ਪਹਿਲਾਂ ਹੀ ਇਹ ਸਹਾਰ ਹੀ ਨਹੀਂ ਸਕਿਆ, ਮਰ ਗਿਆ। ਇਸ ਤਰ੍ਹਾਂ ਦੁਨੀਆ ਦੇ ਲੋਕ ਜਿਹੜੇ ਨੇ, ਜੇ ਕੋ ਵੱਡਾ ਕਹਾਏ ਵਡਾਈ ਖਾਵੇ, ਆਪਣੇ ਵੱਡੇ ਪੁਣੇ ਦੀ ਵਡਿਆਈ ਖਾਂਦੇ, ਵੀ ਲੋਕ ਮੇਰੀ ਜੈ ਜੈਕਾਰ ਕਰਨ, ਇਹੋ ਹੀ ਉਹਨਾਂ ਦਾ ਭੋਜਨ ਹੈ। ਪਰ ਪਾਤਸ਼ਾਹ ਕਹਿਣ ਲੱਗੇ, ਜੇ ਕੋ ਨਾਏ ਧਰਾਵੇ ਵੱਡਾ, ਸਾਧ ਕਰੇ ਮਨ ਭਾਣੇ। ਤੇ ਪਾਤਸ਼ਾਹ ਕਹਿਣ ਲੱਗੇ, ਖਸਮੀ ਨਦਰੀ ਕੀੜਾ ਆਵੇ, ਜਿੱਤੇ ਚੁਗੈ ਦਾਣੇ। ਆਪਣੇ ਆਪ ਨੂੰ ਵੱਡਾ ਕਹਿੰਦਾ ਹੈ ਨਾ, ਪਾਤਸ਼ਾਹ ਕਹਿਣ ਲੱਗੇ ਉਹਦੀ ਵਡਿਆਈ ਹੀ ਉਹਨੂੰ ਖਾ ਜਾਂਦੀ ਹੈ।
ਵੱਡੇ ਪੁਣੇ ਦੀ ਹਉਮੈ ਹੀ ਉਸ ਨੂੰ ਖਾ ਜਾਂਦੀ, ਤਬਾਹ ਕਰ ਦਿੰਦੀ ਹੈ। ਸਾਚੇ ਸਾਹਿਬ ਤੋਟ ਨ ਦਾਤੀ। ਗੁਰਮੁਖੋ, ਉਹ ਜਿਹੜਾ ਸੱਚਾ ਸਾਹਿਬ ਪਰਮਾਤਮਾ ਹੈ, ਉਹਦੀਆਂ ਜਿਹੜੀਆਂ ਦਾਤਾਂ ਨੇ ਉਹਦੀ ਕਦੇ ਤੋਟ ਨਹੀਂ ਆਉਂਦੀ ਹੈ। ਕਦੇ ਵੇਖਿਆ ਵੀ ਪਰਮਾਤਮਾ ਨੇ ਕਿਹਾ ਹੋਵੇ ਵੀ ਅੱਜ ਮੇਰਾ ਖਜ਼ਾਨਾ ਖਾਲੀ ਹੈ, ਅੱਜ ਮੈਂ ਸਿੱਖਾ ਤੈਨੂੰ ਸਿਫਤ ਨਹੀਂ ਆਪਣੀ ਦੇ ਸਕਦਾ, ਅੱਜ ਮੈਂ ਤੈਨੂੰ ਕੋਈ ਪਦਾਰਥ ਨਹੀਂ ਦੇ ਸਕਦਾ? ਨਹੀਂ, ਉਹ ਜੋ ਸੱਚਾ ਸਾਹਿਬ ਹੈ ਉਹਦੀਆਂ ਦਾਤਾਂ ਦੀ ਕਦੇ ਤੋਟ ਨਹੀਂ ਆਉਂਦੀ ਹੈ। ਸਗਲੀ ਤਿਨੇ ਉਪਾਈ ਹੈ। ਕਿਉਂਕਿ ਸਾਰੀ ਸ੍ਰਿਸ਼ਟੀ ਉਹਨੇ ਹੀ ਪੈਦਾ ਕੀਤੀ ਹੈ ਨਾ, ਉਹਨੇ ਪੈਦਾ ਹੀ ਕੀਤੀ ਇਸੇ ਵਾਸਤੇ ਵੀ ਸਾਰਿਆਂ ਨੂੰ ਦੇਣਾ ਹੈ। ਸਭ ਨੂੰ ਦਿੰਦਾ ਪਿਆ, ਸਭਨਾ ਜੀਆਂ ਕਾ ਇੱਕ ਦਿੰਦਾ ਪਿਆ ਸਾਰਿਆਂ ਨੂੰ। ਇਸ ਕਰਕੇ ਉਹਦੀਆਂ ਦਾਤਾਂ ਵਿੱਚ ਕਦੇ ਘਾਟ ਨਹੀਂ ਹੈ। ਵੱਡੀ ਵਡਿਆਈ ਵੇ ਪਰਵਾਹੇ। ਉਹ ਜੋ ਪਰਮਾਤਮਾ ਹੈ ਗੁਰਮੁਖੋ ਬੇਪਰਵਾਹ ਹੈ, ਉਹਨੂੰ ਕਿਸੇ ਦੀ ਕੋਈ ਪਰਵਾਹ ਨਹੀਂ। ਅਸੀਂ ਦੁਨੀਆ ਵਿੱਚ ਫਿਰ ਵੀ ਕਿਸੇ ਦਾ ਮਾਣ ਸਨਮਾਨ ਰੱਖ ਲੈਂਦੇ ਹਾਂ, ਰਿਸ਼ਤੇਦਾਰੀ ਦਾ, ਉਮਰ ਦਾ ਤਕਾਜ਼ਾ ਵੇਖ ਲਈਦਾ ਵੀ ਚਲੋ ਵੱਡਾ ਹੈ, ਕਿਸੇ ਦੇ ਦਬਾਅ ਥੱਲੇ ਆ ਜਾਈਦਾ। ਪਰਮਾਤਮਾ ਬੇਪਰਵਾਹ, ਉਹਨੂੰ ਕਿਸੇ ਦੀ ਕੋਈ ਪਰਵਾਹ ਹੈ ਹੀ ਨਹੀਂ, ਬੇਪਰਵਾਹ ਹੈ। ਪਾਤਸ਼ਾਹ ਕਹਿਣ ਲੱਗੇ ਵੱਡੀ ਉਸਦੀ ਐਸੀ ਵਡਿਆਈ ਹੈ। ਆਪ ਪਾਏ ਦਾਨ ਸਮਾਹੇ। ਉਹ ਪਰਮਾਤਮਾ ਪੈਦਾ ਵੀ ਆਪ ਕਰਦਾ ਜੀਵਾਂ ਨੂੰ, ਆਪ ਉਹ ਪਾਏ। ਜਿੰਨੇ ਵੀ ਆਪਾਂ ਜੀਵ ਪੈਦਾ ਹੋਏ ਆ ਨਾ, ਸਾਰਿਆਂ ਨੂੰ ਪੈਦਾ ਉਹਨੇ ਕੀਤਾ ਪਰਮਾਤਮਾ। ਇਕੱਲਾ ਪੈਦਾ ਹੀ ਨਹੀਂ ਕੀਤਾ, ਦਾਨ ਸੁਮਾਹੇ, ਸਾਰਿਆਂ ਨੂੰ ਫਿਰ ਦਾਨ ਵੀ ਪਹੁੰਚਾਉਂਦਾ ਹੈ। ਕੀੜਿਆਂ ਦਾ ਭੋਜਨ ਕੀੜਿਆਂ ਨੂੰ ਮਿਲਦਾ ਹੈ, ਮਾਸ ਖਾਣ ਵਾਲੇ ਸ਼ੇਰ ਜਿਹੜੇ ਉਹਨਾਂ ਦਾ ਭੋਜਨ ਉਹਨਾਂ ਨੂੰ ਦਿੰਦਾ ਹੈ, ਘਾਹ ਖਾਣ ਵਾਲੇ ਪਸ਼ੂ ਪੰਛੀ ਉਹਨਾਂ ਨੂੰ ਭੋਜਨ ਦਿੰਦਾ, ਦਾਣਾ ਚੁਗਣ ਵਾਲੇ ਪੰਛੀ ਉਹਨਾਂ ਨੂੰ ਭੋਜਨ ਦਿੰਦਾ ਹੈ, ਅੰਨ ਖਾਣ ਵਾਲੇ ਮਨੁੱਖ ਉਹਨਾਂ ਨੂੰ ਭੋਜਨ ਦਿੰਦਾ ਹੈ, ਮਿੱਟੀ ਖਾਣ ਵਾਲੇ ਗਡੋਏ ਵਗੈਰਾ ਉਹਨਾਂ ਨੂੰ ਭੋਜਨ ਦਿੰਦਾ। ਸੋ ਜਿੱਥੇ ਜਿੱਥੇ ਜਿਵੇਂ ਜਿਵੇਂ ਜੀਵ ਪੈਦਾ ਕੀਤੇ ਉਹਨਾਂ ਸਾਰਿਆਂ ਨੂੰ ਦਿੰਦਾ ਹੈ। ਕਾਹੇ ਰੇ ਮਨ ਚਿਤਵੈ ਉਦਮ ਜਾਂ ਆਹਰ ਹਰ ਜੀਓ ਭਰਿਆ। ਉਹ ਪਰਮਾਤਮਾ ਨੇ ਆਹਰ ਇੱਕ ਬਹਾਨਾ ਬਣਾ ਦਿੱਤਾ ਹੈ ਪਰਮਾਤਮਾ ਦੇ ਭੋਜਨ ਪਹੁੰਚਾਉਣ ਵਾਸਤੇ ਜੀਵਾਂ ਨੂੰ। ਤੇ ਫਿਰ ਪਾਤਸ਼ਾਹ ਕਹਿਣ ਲੱਗੇ ਊੜੇ ਊੜਾਵੈ ਸੈ ਕੋਸਾ ਤਿਸ ਪਾਛੈ ਬਚਰੇ ਸ਼ਰਿਆ, ਤਿਨ ਕਵਨ ਖਲਾਵੈ ਕਵਨ ਚੁਗਾਵੈ ਮਨ ਮੈਂ, ਸਿਮਰਨ ਕਰਿਆ ਕਈ ਕੋਟ ਬੈਠਤ ਹੀ ਖਾਹੇ। ਇਸ ਤਰ੍ਹਾਂ ਦਾ ਉਹ ਪਰਮਾਤਮਾ ਹੈ। ਉਹਨਾਂ ਪੂੰਜਾਂ ਦੇ ਸਿਮਰਨ ਵਿੱਚ ਇੰਨੀ ਤਾਕਤ ਹੈ ਵੀ ਉਹਨਾਂ ਦੇ ਬੱਚਿਆਂ ਦੇ ਪੇਟ ਆਪੇ ਹੀ ਭਰੇ ਰਹਿੰਦੇ, ਉੱਡ ਕੇ ਫਿਰ ਆ ਕੇ ਮਿਲ ਲੈਂਦੇ। ਇਸ ਤਰ੍ਹਾਂ ਸਾਰਿਆਂ ਨੂੰ ਭਾਈ ਉਦਾਨ ਦਿੰਦਾ ਹੈ। ਆਪ ਦਇਆਲ ਦੂਰ ਨਹੀਂ ਦਾਤਾ। ਉਹ ਪਰਮਾਤਮਾ ਦਿਆਲੂ ਹੈ, ਦਇਆ ਹੀ ਕਰਦਾ ਹਰ ਵੇਲੇ। ਜੇ ਪਰਮਾਤਮਾ ਕਿਤੇ ਕਾਪੀ ਕਿਤਾਬ ਚੁੱਕ ਕੇ ਤੇ ਸਾਡੇ ਨਾਲ ਕਿਤੇ ਹਿਸਾਬ ਕਿਤਾਬ ਕਰਨ ਵਾਸਤੇ ਬੈਠ ਜਾਵੇ ਨਾ, ਵੀ ਲਿਆ ਵੀ ਹਿਸਾਬ ਦੇ, ਅੱਜ ਤੂੰ ਕਿੰਨੇ ਸਾਹ ਲਏ ਨੇ, ਅੱਜ ਤੂੰ ਕਿੰਨਾ ਪਾਣੀ ਪੀਤਾ, ਅੱਜ ਤੂੰ ਕਿੰਨਾ ਭੋਜਨ ਛਕਿਆ, ਤੇ ਤੂੰ ਨਾਮ ਕਿੰਨਾ ਜਪਿਆ ਹੈ, ਕਿੰਨੀ ਨਿੰਦਿਆ ਚੁਗਲੀ ਕੀਤੀ ਹੈ, ਕਿੰਨਾ ਬੁਰਾ ਕੰਮ ਕੀਤਾ, ਕਿੰਨਾ ਭਲਾ ਕੰਮ ਕੀਤਾ। ਜੇ ਪਰਮਾਤਮਾ ਸਾਡੇ ਤੋਂ ਇਸ ਤਰ੍ਹਾਂ ਦਾ ਹਿਸਾਬ ਬਰੀਕੀ ਵਿੱਚ ਲਵੇਗਾ ਨਾ, ਤੇ ਫਿਰ ਤੇ ਛੁੱਟਿਆ ਹੀ ਨਹੀਂ ਜਾ ਸਕਦਾ। ਲੇਖਾ ਕਤ ਹੈ ਨਾ ਛੂਟੀ ਹੈ। ਲੇਖਾਂ ਵਿੱਚ ਪਵਾਂਗੇ ਨਾ ਗਿਣਤੀ ਮਿਣਤੀ 'ਚ, ਲੇਖੇ ਜੋਖੇ 'ਚ, ਤੇ ਛੁੱਟ ਹੀ ਨਹੀਂ ਸਕਦੇ, ਕਿਉਂਕਿ ਖਿਣ ਖਿਣ ਭੂਲਣਹਾਰ। ਅਸੀਂ ਹਰੇਕ ਖਿਣ ਵਿੱਚ ਕੋਈ ਨਾ ਕੋਈ ਗਲਤੀ ਕਰ ਹੀ ਬੈਠਦੇ ਹਾਂ। ਇਸ ਕਰਕੇ ਬੇਨਤੀ ਉਹਦੇ ਅੱਗੇ ਦਾ ਇਹ ਹੈ, ਬਖਸ਼ਣਹਾਰ ਬਖਸ਼ ਲੈ, ਬਖਸ਼ਣ ਵਾਲਿਆ ਬਖਸ਼ੀ ਲੈ। ਹਰ ਜਿਉ ਲੇਖੇ ਵਾਰ ਨਾ ਆਵੀ, ਤੂੰ ਬਖਸ਼ ਮਿਲਾਵਨਹਾਰ। ਗੁਰਬਾਣੀ ਦਾ ਬਚਨ ਹੈ। ਉਹ ਬਖਸ਼ ਲਵੇ ਤੇ ਤਾਂ ਹੀ ਉਹਦੇ ਨਾਲ ਮਿਲਾਪ ਹੁੰਦਾ, ਨਹੀਂ ਤੇ ਆਪਾਂ ਲੇਖੇ ਜੋਖੇ ਵਿੱਚ ਨਹੀਂ ਉਹਦੇ ਨਾਲ ਪੂਰੇ ਲੈ ਸਕਦੇ। ਪਾਤਸ਼ਾਹ ਕਹਿਣ ਲੱਗੇ ਭਾਈ ਉਹ ਜੋ ਪਰਮਾਤਮਾ ਹੈ ਉਹ ਦਿਆਲੂ ਹੈ, ਦਇਆ ਹੀ ਕਰਦਾ, ਲੇਖੇ ਜੋਖੇ ਵਿੱਚ ਨਹੀਂ ਪੈਂਦਾ, ਬਖਸ਼ਿਸ਼ਾਂ ਕਰਦਾ। ਦੂਜਾ ਬਚਨ ਇਹ ਹੈ, ਦੂਰ ਨਹੀਂ ਜਾਤਾ, ਫਿਰ ਉਹ ਤੇਰੇ ਕੋਲੋਂ ਦੂਰ ਨਹੀਂ ਹੈ। ਵੈਸੇ ਸਾਨੂੰ ਲੱਗਦਾ ਵੀ ਪਰਮਾਤਮਾ ਬੜਾ ਹੀ ਦੂਰ ਹੈ, ਪਰ ਮਹਾਰਾਜ ਕਹਿੰਦੇ ਨਹੀਂ, ਦੂਰ ਨਹੀਂ, ਨੇੜੇ ਨਾ ਹੀ ਦੂਰ, ਨਿਜ ਆਤਮੇ ਰਿਹਾ ਭਰਪੂਰ। ਉਹ ਤੇਰੇ ਨੇੜੇ ਹੀ ਹੈ, ਦੂਰ ਬਿਲਕੁਲ ਨਹੀਂ। ਤੇਰੇ ਅੰਦਰ ਆਤਮਾ ਰੂਪ ਹੋ ਕੇ, ਤੇਰੇ ਅੰਦਰ ਸਾਹ ਰੂਪ ਹੋ ਕੇ, ਤੇਰੇ ਅੰਦਰ ਖੂਨ ਦਾ ਕਤਰਾ ਕਤਰਾ ਰੂਪ ਹੋ ਕੇ ਤੇਰੇ ਨਾਲ ਹੀ ਹੈ, ਤੇਰੇ ਅੰਦਰ ਹੀ ਵਸਿਆ ਹੈ। ਮਿਲਿਆ ਸਹਿਜ ਰਜਾਈ ਹੈ। ਪਰ ਜਿਹੜੇ ਗੁਰਮੁਖ ਉਹਦੀ ਰਜਾ ਵਿੱਚ ਰਹਿੰਦੇ ਨੇ ਨਾ, ਰਜਾ ਕਹੀਏ ਹੁਕਮ ਵਿੱਚ ਰਹਿੰਦੇ, ਉਹਨਾਂ ਨੂੰ ਉਹ ਮਿਲਿਆ ਹੈ। ਮਿਲਿਆ ਕਿਹਨਾਂ ਨੂੰ ਹੈ? ਜਿਹੜੇ ਰਜਾ ਵਿੱਚ ਰਹਿਣਗੇ, ਹੁਕਮ ਦੇ ਵਿੱਚ ਰਹਿੰਦੇ। ਹੁਕਮ ਵਿੱਚ ਰਹਿਣ ਵਾਲਿਆਂ ਨੂੰ ਪਰਮਾਤਮਾ ਮਿਲਿਆ ਹੈ। ਤੇ ਫਿਰ ਸਹਿਜ, ਸਹਿਜ ਕਹੀਏ ਗਿਆਨ ਪ੍ਰਾਪਤ ਹੋਇਆ। ਜਿਨ੍ਹਾਂ ਨੂੰ ਗਿਆਨ ਪ੍ਰਾਪਤ ਹੋਇਆ ਉਹਨਾਂ ਨੂੰ ਪਰਮਾਤਮਾ ਮਿਲਿਆ ਹੈ। ਇੱਕ ਸੋਗੀ ਇੱਕ ਰੋਗ ਵਿਆਪੇ। ਗੁਰਮੁਖੋ ਇੱਕ ਉਹ ਨੇ ਸੰਸਾਰ ਵਿੱਚ ਵਿਅਕਤੀ ਜਿਹੜੇ ਹਮੇਸ਼ਾ ਹੀ ਸੋਗ ਦੇ ਵਿੱਚ ਹੀ ਰਹਿੰਦੇ,
ਸੋ ਕੀ ਹੈ, ਫਲਾਣੇ ਨੂੰ ਇਹ ਪਦਾਰਥ ਕਿਉਂ ਮਿਲ ਗਿਆ, ਬੜਾ ਹੀ ਬੁਰਾ ਹੈ, ਮਿਲਣਾ ਨਹੀਂ ਸੀ ਚਾਹੀਦਾ। ਕਿਸੇ ਦੀ ਨਹੁੰ ਚੰਗੀ ਆ ਗਈ ਹੈ ਤਾਂ ਮਨ ਵਿੱਚ ਸੋਗ ਹੈ ਵੀ ਨਹੁੰ ਚੰਗੀ ਕਿਉਂ ਫਲਾਣੇ ਦੀ ਆ ਗਈ ਹੈ। ਕਿਸੇ ਦਾ ਪੁੱਤਰ ਚੰਗੇ ਕੰਮ ਕਰਨ ਲੱਗ ਪਿਆ, ਚੰਗੇ ਕਿਉਂ ਕਰਦਾ, ਮਾੜੇ ਕਿਉਂ ਨਹੀਂ ਕਰਦਾ। ਕਿਸੇ ਨੂੰ ਕੋਈ ਹੋਰ ਸੁੱਖ ਮਿਲ ਗਿਆ, ਦੂਜੇ ਦੇ ਸੁੱਖ ਵੇਖ ਕੇ ਹਰ ਵੇਲੇ ਸੋਗ ਹੀ ਕਰਦੇ ਰਹਿਣਾ। ਪਾਤਸ਼ਾਹ ਕਹਿਣ ਲੱਗੇ ਐਸੇ ਰੱਬ ਨੇ ਪੈਦਾ ਕੀਤੇ, ਉਹਨਾਂ ਦੀ ਡਿਊਟੀ ਉਹਨੇ ਇਹ ਲਾਈ ਹੈ ਵੀ ਤੂੰ ਸਾਰੀ ਉਮਰ ਬਾਅਦ ਸੋਗ ਹੀ ਕਰਦੇ ਰਹਿਣਾ ਹੈ, ਸਾਰੀ ਉਮਰ ਮਰੂ ਮਰੂ ਹੀ ਕਰਦੇ ਰਹਿਣਾ, ਹਰ ਵੇਲੇ ਆਖਣਾ ਵੀ ਹਾਏ ਮਰ ਗਿਆ, ਹਾਏ ਮਰ ਗਿਆ, ਕੁਝ ਨਹੀਂ ਪੱਲੇ ਪਿਆ, ਦੂਜਿਆਂ ਨੂੰ ਸਭ ਕੁਝ ਮਿਲ ਗਿਆ, ਮੈਨੂੰ ਨਹੀਂ ਕੁਝ ਮਿਲਿਆ। ਪਾਤਸ਼ਾਹ ਕਹਿੰਦੇ ਇੱਕ ਉਹਨੇ ਐਸੇ ਵੀ ਪੈਦਾ ਕੀਤੇ, ਇੱਕ ਸੋਗੀ ਜਿਹੜੇ ਸੋਗ ਦੇ ਵਿੱਚ ਹੀ ਰਹਿੰਦੇ। ਦੂਜਾ ਬਚਨ ਇੱਕ ਰੋਗ ਵਿਆਪੇ, ਇਹ ਕੌਣ ਹੈ ਜਿਨ੍ਹਾਂ ਨੂੰ ਕੋਈ ਨਾ ਕੋਈ ਰੋਗ ਲੱਗਾ ਹੀ ਰਹਿੰਦਾ ਹੈ। ਇੱਕ ਬਿਮਾਰੀ ਦੀ ਦਵਾਈ ਲਈ ਹੈ ਤੇ ਮੁੜ ਕੇ ਦੂਜੀ ਲੱਗ ਗਈ ਹੈ, ਦੂਜੀ ਦੀ ਦਵਾਈ ਲਈ ਹੈ, ਤੀਜੀ ਲੱਗ ਗਈ ਹੈ, ਕਿਸੇ ਨਾ ਕਿਸੇ ਬਿਮਾਰੀ ਦੀ ਗੋਲੀ ਚੱਲਦੀ ਹੀ ਰਹਿੰਦੀ ਉਹਨਾਂ। ਉਹ ਵੀ ਪਰਮਾਤਮਾ ਦਾ ਲੇਖਾ ਜੋਖਾ ਹੀ ਹੈ ਪਿਛਲੇ ਕਰਮਾਂ ਦਾ। ਇੱਕ ਸੋਗੀ ਨੇ ਸੋਗ ਵਿੱਚ ਪਏ ਹੋਏ, ਹਮੇਸ਼ਾ ਹੀ ਚਿੰਤਾ ਵਿੱਚ ਪਏ ਹੋਏ, ਦੂਜੇ ਨੂੰ ਵੇਖ ਕੇ ਸੜਦੇ ਕੁੜਦੇ ਰਹਿੰਦੇ। ਇੱਕ ਉਹ ਨੇ ਜਿਹੜੇ ਰੋਗ ਦੇ ਵਿੱਚ ਪਏ ਹੋਏ, ਬਿਮਾਰੀ ਕੋਈ ਨਾ ਕੋਈ ਲੱਗੀ ਰਹਿੰਦੀ ਹੈ, ਤੰਦਰੁਸਤੀ ਕਦੇ ਉਹਨਾਂ ਨੇ ਵੇਖੀ ਨਹੀਂ ਹੈ। ਐਸੇ ਵੀ ਕਰਮਾਂ ਕਰਕੇ ਉਸਨੇ ਪੈਦਾ ਕੀਤੇ। ਫਿਰ ਫਰਮਾਉਂਦੇ ਹਨ, ਇੱਕ ਸੋਗੀ ਇੱਕ ਰੋਗ ਵਿਆਪੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇੱਕ ਉਹ ਨੇ ਜਿਹੜੇ ਹਮੇਸ਼ਾ ਚਲੇ ਗਈ ਵਸਤੂ ਦਾ ਸੋਗ ਹੀ ਕਰਦੇ ਰਹਿੰਦੇ। ਮੰਨ ਲਓ ਕੋਈ ਘਰ ਵਿੱਚੋਂ ਜੀ ਚਲਾ ਗਿਆ ਨਾ, ਜਾਂ ਕੋਈ ਪਦਾਰਥ ਚਲਾ ਗਿਆ ਨਾ, ਸਾਰੀ ਉਮਰ ਉਹਦਾ ਹੀ ਹੌਕਾ ਲਈ ਜਾਣਾ, ਹਾਏ ਫਲਾਣੀ ਚੀਜ਼ ਹੁੰਦੀ ਸੀ ਆਪਣੇ ਕੋਲ, ਫਲਾਣਾ ਬੱਚਾ ਸੀ ਉਹ ਚਲੇ ਗਿਆ। ਇਸ ਤਰ੍ਹਾਂ ਚਲੇਗੀ ਚੀਜ਼ ਦਾ ਸੋਗ ਹੀ ਕਰਦੇ ਰਹਿਣਾ। ਰੋਗ ਵਿਆਪੇ, ਸਰੀਰ ਨੂੰ ਰੋਗ ਲਾ ਲਿਆ, ਜਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਰੋਗ ਦੇ ਵਿੱਚ ਹੀ ਹਮੇਸ਼ਾ ਲੱਗੇ ਰਹਿੰਦੇ ਹਨ। ਜੋ ਕੁਛ ਕਰੇ ਸੋ ਆਪੇ ਆਪੇ। ਪਰਮਾਤਮਾ ਜੋ ਕਰਦਾ ਹੈ ਨਾ ਉਹ ਸਭ ਕੁਝ ਆਪ ਕਰਦਾ। ਕਦੇ ਫਿਕਰ ਨਾ ਕਰਨਾ ਕਰ, ਕਦੇ ਗੁੱਸਾ ਨਾ ਕਰ, ਕਦੇ ਸੋਗ ਨਾ ਕਰ। ਪਰਮਾਤਮਾ ਜੋ ਕਰਦਾ ਸਭ ਕੁਝ ਉਹਦੇ ਹੁਕਮ ਦੇ ਵਿੱਚ ਹੋ ਰਿਹਾ ਹੈ। ਭਗਤ ਭਾਓ ਗੁਰ ਕੀ ਮਤ ਪੂਰੀ। ਇਸ ਕਰਕੇ ਭਾਈ ਜਿਨ੍ਹਾਂ ਨੇ ਗੁਰੂ ਦੀ ਪੂਰੀ ਮੱਤ ਲਈ ਹੈ ਨਾ, ਗੁਰ ਕੀ ਮਾਤੂ ਲੇਹ ਇਆਨੇ, ਭਗਤ ਬਿਨਾ ਬਹੁਤ ਡੂਬੇ ਸਿਆਨੇ। ਜਿਨ੍ਹਾਂ ਨੇ ਪੂਰਿਆਂ ਗੁਰਾਂ ਦੀ ਮੱਤ ਲਈ ਹੈ, ਪਾਤਸ਼ਾਹ ਕਹਿਣ ਲੱਗੇ ਭਗਤ ਭਾਓ, ਉਹਨਾਂ ਨੂੰ ਫਿਰ ਪ੍ਰੇਮਾ ਭਗਤੀ ਪ੍ਰਾਪਤ ਹੋਈ ਹੈ। ਗੁਰੂ ਦੀ ਮੱਤ ਲੈਣ ਵਾਲੇ ਪ੍ਰੇਮਾ ਭਗਤੀ। ਪ੍ਰੇਮਾ ਭਗਤੀ ਕੀ ਹੈ? ਨਾਮ ਜਪਣਾ, ਬਾਣੀ ਪੜ੍ਹਨੀ ਹੈ ਨਾ, ਨਾਲ ਪ੍ਰੇਮ ਹੋਣਾ ਮਨ ਵਿੱਚ ਕਿ ਮੈਂ ਬਾਣੀ ਪੜ੍ਹਦਾ ਪਿਆ, ਗੁਰੂ ਦਾ ਦਰਸ਼ਨ ਕਰਦਾ, ਗੁਰੂ ਦੇ ਬਚਨ ਪੜ੍ਹਦਾ, ਗੁਰੂ ਦੇ ਬਚਨ ਸੁਣਦਾ। ਇਹ ਨਹੀਂ ਹੈ ਕਿ ਬੱਧਾ ਚੱਟੀਏ, ਇੱਕ ਧਿਆਨ ਤੇ ਘੜੀ ਵੱਲ ਹੈ ਵੀ ਇਹ ਕਿੰਨੇ ਮਿੰਟਾਂ 'ਚ ਚੱਲਦੀ ਹੈ, ਦੂਜਾ ਧਿਆਨ ਪਾਠ ਵੱਲ ਹੈ ਵੀ ਮੈਂ ਕਿੰਨੀ ਛੇਤੀ ਨਿਬੇੜਦਾ ਹਾਂ। ਨਹੀਂ, ਪ੍ਰੇਮਾ ਭਗਤੀ ਇਹ ਹੈ ਪ੍ਰੇਮ ਦੇ ਨਾਲ ਬਾਣੀ ਨੂੰ ਵਿਚਾਰ ਵਿਚਾਰ ਕੇ ਸਰਵਨ ਕਰਕੇ ਪੜ੍ਹਦੇ ਹਨ। ਅਨਹਦ ਸ਼ਬਦ ਲਿਖਾਈ ਹੈ। ਪਾਤਸ਼ਾਹ ਕਹਿਣ ਲੱਗੇ ਉਹ ਫਿਰ ਜਿਹੜੇ ਗੁਰਮੁਖ ਨੇ, ਅਨਹਦ ਕਹੀਏ ਇੱਕ ਰਸ ਜੋ ਬ੍ਰਹਮ ਦਾ ਸ਼ਬਦ ਹੈ ਨਾ, ਬ੍ਰਹਮ, ਉਸ ਨੂੰ ਲਿਖਾਈ ਹੈ ਜਾਣਨ ਵਾਲੇ ਹੋ ਜਾਂਦੇ, ਐਸੇ ਗੁਰਮੁਖ ਹਨ। ਇੱਕ ਨਾਂਗੇ ਭੂਖੇ ਭਵੇ ਭਵਾਏ। ਗੁਰਮੁਖੋ ਇੱਕ ਦੁਨੀਆ ਵਿੱਚ ਉਹ ਨੇ ਜਿਹੜੇ ਨੰਗੇ ਹੀ ਰਹਿੰਦੇ। ਸਾਡੀ ਇਸ ਹਿੰਦੁਸਤਾਨ ਦੀ ਧਰਤੀ ਤੇ ਇੱਕ ਮੱਤ ਵੀ ਹੈ ਨਾਂਗੇ ਸਾਧੂਆਂ ਦਾ, ਨੰਗੇ ਰਹਿੰਦੇ, ਕੱਪੜਾ ਨਹੀਂ ਪਾਉਂਦੇ। ਪਾਤਸ਼ਾਹ ਕਹਿਣ ਲੱਗੇ ਜਿਹੜੇ ਨੰਗੇ ਰਹਿੰਦੇ ਨਾ ਭਾਈ, ਉਹ ਵੀ ਕਰਮਾਂ ਦੀ ਸਜ਼ਾ ਹੈ। ਤੁਸੀਂ ਇਹ ਮਤਾ ਸੋਚਿਓ ਵੀ ਬੜਾ ਵੱਡਾ ਸਾਧੂ ਬਣ ਗਿਆ, ਨਹੀਂ, ਇਹ ਕਰਮਾਂ ਦੀ ਸਜ਼ਾ ਹੈ। ਰੱਬ ਨੇ ਕਰਮ ਹੀ ਇਹੋ ਜਿਹਾ ਲਿਖਿਆ ਵੀ ਤੁਸੀਂ ਕੱਪੜਾ ਹੀ ਨਹੀਂ ਪਾਉਣਾ। ਗੱਲ ਦੇ ਵਿੱਚ ਆਪਣੇ ਕਰਮਾਂ ਨੂੰ ਹੀ ਭੋਗਦੇ ਪਏ। ਮਹਾਰਾਜ ਕਿਉਂ ਕਰਮਾਂ ਨੂੰ ਭੋਗਦੇ? ਸਤਿਗੁਰੂ ਕਹਿਣ ਲੱਗੇ ਉਹਨਾਂ ਨੇ ਪਿਛਲੇ ਜਨਮਾਂ ਵਿੱਚ ਲੋਕਾਂ ਦੇ ਕੱਪੜੇ ਚੁੱਕੇ ਨੇ, ਦੂਜਿਆਂ ਦੇ ਕੱਪੜੇ ਸਾੜੇ ਨੇ ਉਹਨਾਂ ਨੇ, ਵੀ ਦੂਜਿਆਂ ਨੂੰ ਕੱਪੜੇ ਮਿਲਣੀ ਨਾ, ਸਾੜਦੇ ਰਹੇ, ਚੁੱਕਦੇ ਰਹੇ। ਕਈਆਂ ਦੀ ਆਦਤ ਬਣ ਜਾਂਦੀ ਹੈ ਨਾ ਚੋਰੀ ਕਰਨ ਦੀ, ਕੱਪੜਾ ਚੁਰਾ ਲੈਣਾ, ਜਾਂ ਵੇਖਣਾ ਵੀ ਇਹਦੇ ਕੋਲ ਚੰਗਾ ਹੈ, ਉਹਨੂੰ ਕੋਈ ਦਾਗ ਲਾ ਦੇਣਾ, ਰੰਗ ਲਾ ਦੇਣਾ, ਅੱਗ ਸੁੱਟ ਦੇਣੀ ਉਹਦੇ ਉੱਪਰ ਚੰਗਿਆੜੀ ਵੀ ਇਹ ਸਾੜੀ ਜਾਵੇ, ਮੇਰੇ ਕੋਲ ਨਹੀਂ ਹੈਗਾ ਤੇ ਇਹਦੇ ਕੋਲ ਵੀ ਨਾ ਰਵੇ। ਇਸ ਤਰ੍ਹਾਂ ਜਿਹੜੇ ਕੱਪੜੇ ਸਾੜਨ ਵਾਲੇ, ਜਾਂ ਇਸ ਤਰ੍ਹਾਂ ਜਿਹੜੇ ਹਨ ਵਿਅਕਤੀ, ਉਹਨਾਂ ਨੂੰ ਫਿਰ ਉਹ ਸਜ਼ਾ ਦਿੰਦਾ ਪਰਮਾਤਮਾ। ਜਿਹੜੇ ਕੱਪੜਾ ਸਾੜਦੇ ਜਾਂ ਚੁਰਾ ਕੇ ਲੈ ਜਾਂਦੇ ਚੋਰੀ ਕਰਕੇ, ਉਹਨਾਂ ਨੂੰ ਸਜ਼ਾ ਕੀ ਮਿਲੀ ਹੈ ਕਿ ਅਗਲੇ ਜਨਮ ਦੇ ਵਿੱਚ ਫਿਰ ਨੰਗੇ ਹੀ ਰਹਿੰਦੇ, ਕੱਪੜਾ ਮਿਲਦਾ ਹੀ ਨਹੀਂ ਤਣ ਤੇ ਪਾਉਣ ਵਾਸਤੇ। ਗੁਰਮੁਖੋ ਇਤਿਹਾਸ ਵਿੱਚ ਨਾ ਇੱਕ ਬੜੀ ਵੱਡੀ ਸਾਖੀ ਜਿਹੜੀ ਆਪਾਂ ਸਰਵਣ ਕਰਦੇ ਹਾਂ। ਇੱਕ ਮਹਾਤਮਾ ਕਿਸੇ ਤਲਾਬ ਦੇ ਉੱਪਰ ਇਸ਼ਨਾਨ ਕਰਦੇ ਪਏ, ਤੇ ਉਹ ਮਹਾਤਮਾ ਨੇ ਆਪਣੇ ਕੱਪੜੇ ਲਾਹ ਕੇ ਨਾ ਤਲਾਬ ਤੋਂ ਬਾਹਰ ਰੱਖ ਦਿੱਤੇ ਤੇ ਆਪ ਪਾਣੀ ਵਿੱਚ ਚਲੇ ਗਿਆ, ਇਕੱਲਾ ਲੰਗੋਟ ਹੀ ਬੱਧਾ ਹੋਇਆ ਲੱਕ ਦੇ ਨਾਲ ਚਲੇ ਗਿਆ ਇਸ਼ਨਾਨ ਕਰਨ ਵਾਸਤੇ। ਇੰਨੇ ਚਿਰ ਨੂੰ ਇੱਕ ਬਾਲਕ ਆਇਆ, ਉਹਨੂੰ ਚੋਰੀ ਦੀ ਆਦਤ ਹੈ ਵੀ ਇਸ ਤਰ੍ਹਾਂ ਦੀ ਕੋਈ ਚੀਜ਼ ਮਿਲ ਜਾਣੀ ਤੇ ਲੈ ਲੈਣੀ। ਜਦੋਂ ਬਾਲਕ ਆਇਆ ਨਾ ਤਲਾਬ ਦੇ ਕੰਢੇ ਤੇ ਉਹਨੇ ਵੇਖਿਆ ਵੀ ਕੁਝ ਕੱਪੜੇ ਪਏ ਨੇ, ਤੇ ਜਿਹਦੇ ਕੱਪੜੇ ਨੇ, ਜਿਸ ਵਿਅਕਤੀ ਦੇ, ਉਹ ਪਾਣੀ ਦੇ ਵਿੱਚ ਤਲਾਬ ਦੇ ਵਿੱਚ ਇਸ਼ਨਾਨ ਕਰਦਾ ਪਿਆ।
ਛੇਤੀ ਦੇ ਨਾਲ ਉਹਨੇ ਕੱਪੜਿਆਂ ਦੀ ਫੋਲਾ ਫਰਾਲੀ ਸ਼ੁਰੂ ਕਰ ਦਿੱਤੀ ਵੀ ਵਿੱਚੋਂ ਮਿਲੇ ਕੋਈ ਟਕਾ 2 ਟਕੇ ਕੋਈ ਪੈਸਾ ਮਿਲੇ ਤੇ ਮੈਂ ਜਾ ਕੇ ਇਹਦਾ ਕੁਝ ਲੈ ਕੇ ਖਾ ਲਵਾਂਗਾ। ਜਦੋਂ ਕੱਪੜਿਆਂ ਨੂੰ ਫਰੋਲਣਾ ਸ਼ੁਰੂ ਕੀਤਾ ਤੇ ਉਹ ਜਿਹੜੇ ਮਹਾਤਮਾ ਪਾਣੀ ਵਿੱਚ ਬੜੇ ਸਨ ਨਾ, ਇਸ਼ਨਾਨ ਕਰਦੇ ਪਏ, ਉਹਨਾਂ ਨੇ ਆਵਾਜ਼ ਦਿੱਤੀ, ਕਹਿਣ ਲੱਗੇ, ਉਹ ਭਾਈ ਪੁਰਖਾ ਤੂੰ ਕੌਣ ਹੈ, ਸਾਡੇ ਕੱਪੜਿਆਂ ਨੂੰ ਕਿਉਂ ਤੂੰ ਇਸ ਤਰ੍ਹਾਂ ਤਲਾਸ਼ੀ ਕਰਦਾ। ਹੁਣ ਉਹ ਬਾਲਕ ਹੈ, ਉਹ ਡਰ ਗਿਆ ਮਨ ਦੇ ਵਿੱਚ। ਚੋਰ ਦਾ ਇਹ ਪੈਰ ਨਹੀਂ ਹੁੰਦੇ, ਚੋਰ ਡਰ ਜਾਂਦਾ ਉਸੇ ਵੇਲੇ। ਡਰ ਗਿਆ ਬਾਲਕ ਵੀ ਜੇ ਮਹਾਤਮਾ ਨੇ ਫੜ ਲਿਆ ਮੈਨੂੰ ਸਜ਼ਾ ਦੇਣਗੇ। ਕੱਪੜੇ ਚੁੱਕ ਕੇ ਹੀ ਦੌੜ ਪਿਆ ਵੀ ਚਲੋ ਇੱਥੇ ਨਹੀਂ ਫਰੋਲੇ ਗਏ, ਮੈਂ ਗਾਂਹ ਜਾ ਕੇ ਕਿਤੇ ਲੁੱਕ ਕੇ ਤਲਾਸ਼ੀ ਕਰ ਲਵਾਂਗਾ, ਕੱਢ ਲਵਾਂਗਾ। ਕੱਪੜੇ ਚੁੱਕ ਕੇ ਦੌੜਿਆ। ਮਹਾਤਮਾ ਛੇਤੀ ਦੇ ਨਾਲ ਪਾਣੀ ਚੋਂ ਬਾਹਰ ਨਿਕਲੇ। ਥੋੜਾ ਸਮਾਂ 2-4 ਕਦਮ ਪਿੱਛੇ ਵੀ ਭੱਜੇ, ਦੌੜੇ ਵੀ, ਤੇ ਉਹ ਬਾਲਕ ਦੌੜ ਗਿਆ ਕੱਪੜੇ ਲੈ ਕੇ। ਮਹਾਤਮਾ ਨੇ ਆਵਾਜ਼ ਦਿੱਤੀ, ਕਹਿਣ ਲੱਗੇ, ਉਹ ਭਲਿਆ ਸਾਡੇ ਕੋਲ ਇਹ ਕੱਪੜੇ ਹੀ ਨੇ ਗਲ ਵਿੱਚ ਪਾਉਣ ਵਾਲੇ, ਇਹਦੇ ਤੋਂ ਬਿਨਾਂ ਸਾਡੇ ਕੋਲ ਹੋਰ ਕੱਪੜਾ ਵੀ ਕੋਈ ਨਹੀਂ ਹੈ, ਤੇ ਸਾਡੇ ਕੱਪੜੇ ਸਾਨੂੰ ਦੇ ਦੇ, ਅਸੀਂ ਨੰਗੇ ਰਹਿ ਜਾਵਾਂਗੇ। ਨਹੀਂ, ਬਾਲਕ ਨੇ ਗੱਲ ਨਹੀਂ ਸੁਣੀ, ਦੌੜਦਾ ਹੀ ਗਿਆ। ਦੂਜੀ ਵਾਰੀ ਫਿਰ ਬਚਨ ਆਖਿਆ, ਕਹਿਣ ਲੱਗੇ ਵੀ ਜਿਸ ਕੰਮ ਵਾਸਤੇ ਤੂੰ ਕੱਪੜੇ ਲਏ ਨੇ, ਮਾਇਆ ਵਾਸਤੇ, ਅਸੀਂ ਤੇ ਸਾਧੂ ਹਾਂ, ਸਾਡੇ ਕੋਲ ਪੈਸਾ ਕਿੱਥੋਂ ਆਇਆ, ਮਾਇਆ ਨਹੀਂ ਇਹਦੇ ਵਿੱਚ ਹੈਗੀ, ਸਾਡੇ ਕੱਪੜੇ ਵਾਪਸ ਕਰ ਦੇ। ਜਦੋਂ ਦੂਜੀ ਵਾਰੀ ਇਹ ਬਚਨ ਆਖਿਆ ਨਾ, ਹੁਣ ਉਹ ਬਾਲਕ ਦੇ ਮਨ ਵਿੱਚ ਡਰ ਹੈ ਵੀ ਜੀ ਵਾਪਸ ਕਰਨ ਜੇ ਜਾਵਾਂਗਾ ਤੇ ਮਾਰ ਪਵੇਗੀ। ਬਚਨ ਸੁਣਿਆ ਹੀ ਨਹੀਂ, ਦੌੜ ਹੀ ਗਿਆ ਕੱਪੜੇ ਲੈ ਕੇ। ਮਹਾਤਮਾ ਨੰਗੇ ਉਸ ਤਲਾਬ ਦੇ ਕਿਨਾਰੇ ਰਹਿ ਗਏ, ਕੱਲਾ ਲੰਗੋਟ ਹੀ ਲੱਕ ਦੇ ਨਾਲ ਬੱਧਾ ਹੋਇਆ। ਤੇ ਫਿਰ ਉਹਨਾਂ ਨੇ ਮੁੱਖੋਂ ਬਚਨ ਕਹਿ ਦਿੱਤਾ, ਕਹਿਣ ਲੱਗੇ, ਸਾਨੂੰ ਅੱਜ ਨੰਗਾ ਛੱਡ ਕੇ ਗਿਆ ਨਾ ਆ ਤਲਾਬ ਦੇ ਕਿਨਾਰੇ ਤੇ, ਇੱਕ ਦਿਨ ਸਮਾਂ ਆਵੇਗਾ ਤੂੰ ਇਸ ਸੰਸਾਰ ਦੇ ਕਿਨਾਰੇ ਤੇ ਤੂੰ ਵੀ ਨੰਗਾ ਹੀ ਰਵੇਂਗਾ। ਕੱਪੜਾ ਪਾਉਣਾ ਚਾਹਵੇਂਗਾ, ਕੱਪੜਾ ਮਿਲੇਗਾ ਹੀ ਨਹੀਂ ਪਾਉਣ ਵਾਸਤੇ। ਇਸ ਤਰ੍ਹਾਂ ਦਾ ਬਚਨ ਮਹਾਤਮਾ ਦੇ ਮੁਖੋਂ ਹੋਇਆ। ਸਮਾਂ ਚੱਲਦਾ ਗਿਆ। ਕਹਿਣ ਲੱਗੇ, ਤ੍ਰੇਤੇ ਯੁੱਗ ਦੇ ਵਿੱਚ ਭਗਵਾਨ ਰਾਮਚੰਦਰ ਜੀ ਸੰਸਾਰ ਵਿੱਚ ਆਏ ਤੇ ਉਹਨਾਂ ਦਾ ਇੱਕ ਪਰਮ ਭਗਤ ਦੁਨੀਆ ਤੇ ਆਇਆ ਜਿਸ ਦਾ ਨਾਮ ਸੀ ਹਨੂਮਾਨ। ਹਨੂਮਾਨ ਦੁਨੀਆ ਵਿੱਚ ਆ ਗਿਆ। ਉਸ ਵੇਲੇ ਭਗਵਾਨ ਰਾਮ ਜੀਆਂ ਦੀ ਸ਼ਰਨ ਵਿੱਚ ਜਾ ਕੇ ਸੇਵਾ ਕਰਦੇ, ਬਚਨ ਮੰਨਦੇ, ਰਾਮ ਰਾਮ ਕਰਦੇ। ਇੱਕ ਦਿਨ ਭਗਵਾਨ ਰਾਮਚੰਦਰ ਜੀ ਨੇ ਆਖਿਆ, ਕਹਿਣ ਲੱਗੇ, ਮੇਰੇ ਭਾਈ ਲక్ష్మణ ਨੂੰ ਮੂਰਛਤਾ ਹੋ ਗਈ ਹੈ, ਸੋ ਇਹ ਮੂਰਛਿਤ ਹੋ ਗਏ ਨੇ, ਕੋਈ ਐਸਾ ਹੈ ਜਿਹੜਾ ਇਹਨਾਂ ਦੇ ਜਿਉਣ ਵਾਸਤੇ ਪ੍ਰਬੰਧ ਕਰੇ, ਕੋਈ ਐਸੀ ਸੇਵਾ ਕਰੇ, ਕੋਈ ਐਸਾ ਕੰਮ ਕਰੇ ਕਿ ਇਹਨਾਂ ਦੀ ਮੂਰਛਾ ਟੁੱਟ ਜਾਵੇ। ਉਸ ਵੇਲੇ ਹਨੂਮਾਨ ਨੇ ਆਖਿਆ ਵੀ ਜੇ ਤੁਹਾਡੀ ਆਗਿਆ ਹੋਵੇ ਤੇ ਮੈਂ ਉਹ ਪਰਬਤ ਜਿਹੜਾ ਹੈ ਜਿਹਦੇ ਉੱਪਰ ਉਹ ਸੰਜੀਵਨੀ ਬੂਟੀ ਹੈ, ਉਹ ਪਰਬਤ ਜਿਹੜੀ ਉਹ ਬੂਟੀ ਮੈਂ ਲਿਆ ਸਕਦਾ। ਕਹਿਣ ਲੱਗੇ, ਠੀਕ ਹੈ, ਜੇ ਤੂੰ ਬੂਟੀ ਲਿਆ ਕੇ ਸੇਵਾ ਕਰੇਂਗਾ ਤੈਨੂੰ ਅਸੀਂ ਸਰਬੰਸ ਦਾਨ ਕਰ ਦਿਆਂਗੇ। ਉਸੇ ਵੇਲੇ ਹੁਕਮ ਮੰਨ ਕੇ ਚੱਲ ਪਿਆ। ਇਤਿਹਾਸ ਵਿੱਚ ਬਚਨ ਆਉਂਦਾ, ਜਦੋਂ ਬੂਟੀ ਲੈਣ ਵਾਸਤੇ ਗਿਆ, ਜਿਸ ਪਹਾੜ ਤੇ ਬੂਟੀ ਦਾ ਦੱਸਿਆ ਸੀ ਨਾ ਪਤਾ, ਉਸ ਵੈਦ ਨੇ ਵੀ ਫਲਾਣੇ ਪਹਾੜ ਤੋਂ, ਪਰਬਤ ਤੋਂ ਬੂਟੀ ਮਿਲੇਗੀ, ਉੱਥੇ ਸਾਰੀਆਂ ਬੂਟੀਆਂ ਉਹਦੇ ਵਰਗੀਆਂ ਹੀ, ਹੁਣ ਪਛਾਣ ਕੋਈ ਨਹੀਂ। ਸੋਚਿਆ ਜੇ ਦੁਬਾਰਾ ਵਾਪਸ ਗਿਆ ਤੇ ਸਮਾਂ ਲੱਗ ਜਾਣਾ ਹੈ। ਸਾਰਾ ਬੂਟੀਆਂ ਦਾ ਉਹ ਪਰਬਤ ਹੀ ਚੁੱਕ ਲਿਆ ਆਪਣੇ ਹੱਥ ਦੇ ਉੱਪਰ, ਸਾਰਾ ਹੀ ਚੁੱਕ ਕੇ ਚੱਲ ਪਿਆ ਵੀ ਜਿਹੜੀ ਹੋਵੇਗੀ ਵੈਦ ਆਪੇ ਲੱਭ ਲਵੇਗਾ। ਜਦੋਂ ਉਹ ਬੂਟੀਆਂ ਵੈਦ ਕੋਲ ਲਿਆਂਦੀਆਂ, ਵੈਦ ਨੇ ਬੂਟੀਆਂ ਰਗੜ ਕੇ ਲక్ష్మణ ਨੂੰ ਉਸ ਵੇਲੇ ਦਿੱਤੀਆਂ ਤੇ ਉਹ ਮੂਰਛਤਾ ਟੁੱਟ ਗਈ, ਹੋਸ਼ ਵਿੱਚ ਆ ਗਿਆ। ਹਨੂਮਾਨ ਜੀ ਬੜੇ ਖੁਸ਼ ਹੋਏ। ਇਹ ਖਬਰ ਦੇਣ ਵਾਸਤੇ ਫਿਰ ਰਾਮਚੰਦਰ ਜੀਆਂ ਨੂੰ ਚਲੇ ਗਏ। ਰਾਮਚੰਦਰ ਜੀਆਂ ਨੂੰ ਖਬਰ ਦੇਵਾਂਗੇ, ਉਹ ਖੁਸ਼ ਹੋਣਗੇ ਤੇ ਫਿਰ ਮੈਂ ਉਹਨਾਂ ਕੋਲ ਵਰ ਲਵਾਂਗਾ, ਮੂੰਹ ਮੰਗੀ ਦਾਤ ਲੈ ਲਵਾਂਗਾ। ਜਦੋਂ ਰਾਮਚੰਦਰ ਜੀਆਂ ਨੂੰ ਹਨੂਮਾਨ ਜੀ ਖਬਰ ਦੇਣ ਵਾਸਤੇ ਗਏ, ਇਤਿਹਾਸਕਾਰ ਕਹਿੰਦੇ ਨੇ ਰਾਮ ਜੀ ਉਸ ਵੇਲੇ ਇਸ਼ਨਾਨ ਕਰਕੇ ਤੇ ਆਪਣਾ ਲੰਗੋਟ ਜਿਹੜਾ ਸੀ ਬਦਲ ਕੇ ਸੁੱਕਾ ਲੰਗੋਟ ਪਹਿਨਿਆ ਤੇ ਗਿੱਲਾ ਲਾਹ ਕੇ ਨਿਚੋੜਦੇ ਪਏ ਹੱਥਾਂ ਦੇ ਨਾਲ। ਉਧਰੋਂ ਜਾ ਕੇ ਹਨੂਮਾਨ ਨੇ ਖਬਰ ਸੁਣਾਈ ਵੀ ਤੁਹਾਡੇ ਭਰਾ ਦੀ ਮੂਰਛਤਾ ਟੁੱਟ ਗਈ ਹੈ, ਹੋਸ਼ ਵਿੱਚ ਆ ਗਏ ਨੇ। ਜਦੋਂ ਇਹ ਬਚਨ ਆਖਿਆ ਨਾ, ਹੱਥ ਵਿੱਚ ਗਿੱਲੀ ਕੱਛ ਫੜੀ ਹੋਈ ਉਹੀ ਹਨੂਮਾਨ ਨੂੰ ਦੇ ਦਿੱਤੀ। ਕਹਿਣ ਲੱਗੇ, ਹਨੂਮਾਨ, ਅਸੀਂ ਬਚਨ ਆਖਿਆ ਸੀ ਸਰਬੰਸ ਦਾਨ ਕਰਾਂਗੇ। ਸਰਬੰਸ ਦਾਨ ਤੋਂ ਭਾਵ ਹੈ ਜਿਹੜੀ ਚੀਜ਼ ਉਸ ਵੇਲੇ ਕੋਲ ਹੋਵੇ ਉਦੋਂ ਹੀ ਦਾਨ ਕਰ ਦੇਣੀ। ਇਸ ਵੇਲੇ ਸਾਡੇ ਕੋਲ ਇੱਕ ਕੱਛ ਹੀ ਹੈ, ਅਸੀਂ ਤਨ ਤੋਂ ਵੀ ਨੰਗੇ ਆ ਤੇ ਸਾਡੇ ਕੋਲ ਇਸ ਵੇਲੇ ਕੁਝ ਨਹੀਂ ਹੈ, ਪਰ ਸਾਡੇ ਹੱਥਾਂ ਵਿੱਚ ਕੱਛ ਫੜੀ ਹੈ। ਸਰਬੰਸ ਦਾਨ ਦਾ ਬਚਨ ਹੈ, ਇਹ ਸਾਡੀ ਕੱਛ ਜਿਹੜੀ ਲੰਗੋਟ ਹੈ ਨਾ, ਇਹ ਤੈਨੂੰ ਦਾਨ ਕੀਤਾ, ਇਹੋ ਹੀ ਤੂੰ ਲੈ ਲੈ। ਉਸ ਵੇਲੇ ਹਨੂਮਾਨ ਜੀ ਕਹਿ ਮਨ ਵਿੱਚ ਸੋਚਦੇ ਪਏ ਵੀ ਮੈਂ ਤੇ ਇਹਨਾਂ ਕੋਲੋਂ ਵਰ ਲੈਣਾ ਸੀ, ਬਚਨ ਲੈਣਾ ਸੀ, ਮੈਂ ਤੇ ਨੰਗਾ ਹੀ ਤੁਰਿਆ ਫਿਰਦਾ ਜੰਗਲਾਂ ਦੇ ਵਿੱਚ, ਤੇ ਮੈਂ ਕੋਈ ਬਸਤਰ ਮੰਗਣ ਦਾ ਇਹਨਾਂ ਕੋਲੋਂ ਵਰ ਲੈਣਾ ਸੀ, ਪਰ ਬਸਤਰ ਨਹੀਂ ਮੈਨੂੰ ਮਿਲ ਸਕਿਆ, ਲੰਗੋਟ ਹੀ ਮਿਲਿਆ। ਰਾਮਚੰਦਰ ਜੀ ਮਨ ਦੀ ਗੱਲ ਜਾਣ ਗਏ। ਉਸ ਵੇਲੇ ਉਹਨਾਂ ਨੇ ਆਖਿਆ, ਕਹਿਣ ਲੱਗੇ, ਹਨੂਮਾਨ, ਇਹ ਪਰਮਾਤਮਾ ਦੇ ਬਣਾਏ ਹੋਏ ਕਰਮ ਨੇ,
ਇਹ ਵਿਧੀ ਉਹਨੇ ਇਹੋ ਜਿਹੀ ਬਣਾਈ ਹੈ, ਕਰਮ ਭੋਗਣਾ ਹੀ ਪੈਂਦਾ ਹੈ। ਪਿਛਲੇ ਜਨਮ ਦੇ ਵਿੱਚ ਤੁਸੀਂ ਕਿਸੇ ਮਹਾਤਮਾ ਦੇ ਬਸਤਰ ਚੁੱਕ ਕੇ ਦੌੜੇ ਹੋ, ਉਸ ਮਹਾਤਮਾ ਦਾ ਬਚਨ ਹੋਇਆ ਸੀ ਵੀ ਤੁਸੀਂ ਅਗਲੇ ਜਨਮ ਦੇ ਵਿੱਚ ਨੰਗੇ ਹੀ ਰਹੋਗੇ, ਲੰਗੋਟੀ ਪਾ ਕੇ ਰੱਖਣਾ ਹੈ, ਕਪੜਾ ਨਹੀਂ ਜੁੜੇਗਾ। ਉਹ ਬਚਨ ਉਹਨਾਂ ਦਾ ਤੁਹਾਡਾ ਇਸ ਜਨਮ ਦੇ ਵਿੱਚ ਪੂਰਾ, ਅੱਜ ਭਾਵੇਂ ਤੁਸੀਂ ਪਰਮ ਭਗਤ ਹੋ ਪਰ ਬਚਨ ਉਹੀ ਪੂਰਾ ਹੁੰਦਾ ਹੈ। ਜੇ ਤੁਸੀਂ ਤਨ ਤੇ ਕਪੜਾ ਪਾਓਗੇ, ਤੁਹਾਡੇ ਸਰੀਰ ਨੂੰ ਉਸ ਵੇਲੇ ਇਸ ਤਰ੍ਹਾਂ ਸੇਕ ਲੱਗੇਗਾ ਜਿਵੇਂ ਅੱਗ ਲੱਗ ਜਾਂਦੀ ਹੈ। ਤੁਸੀਂ ਇਹਦੇ ਬਿਨਾਂ ਕਪੜਾ ਪਾ ਹੀ ਨਹੀਂ ਸਕਣਾ ਹੈ। ਇਹ ਲੰਗੋਟ ਹੀ ਤੁਹਾਡੀ ਜ਼ਿੰਦਗੀ ਵਿੱਚ ਪ੍ਰਮਾਤਮਾ ਨੇ ਲਿਖਿਆ ਹੈ, ਕਰਮਾਂ ਦਾ ਹਿਸਾਬ ਹੈ। ਮਹਾਰਾਜ ਕਹਿਣ ਲੱਗੇ ਇੱਕ ਨੰਗੇ, ਦੁਨੀਆ ਵਿੱਚ ਉਹ ਲੋਕ ਨੇ ਜਿਹੜੇ ਨੰਗੇ ਨੇ। ਨੰਗੇ ਕਿਵੇਂ ਨੇ? ਕਿਸੇ ਦੇ ਕੱਪੜੇ ਚੁੱਕ ਲੈ, ਕਿਸੇ ਦੇ ਸਾੜ ਦਿੱਤੇ। ਪਰਮਾਤਮਾ ਨੇ ਕਰਮ ਬਣਾ ਦਿੱਤਾ ਵੀ ਚੱਲ ਫਿਰ ਅਗਲੇ ਜਨਮ ਵਿੱਚ ਨੰਗਾ ਬਣ ਕੇ ਤੁਰਿਆ ਫਿਰ। ਐਸੀ ਹਾਲਤ ਹੈ। ਇੱਕ ਨੰਗ ਭੁੱਖੈ ਭਵੇ ਭਵਾਏ। ਇਹ ਕੌਣ ਨੇ ਜਿਹੜੇ ਭੁੱਖੇ ਰਹਿੰਦੇ ਨੇ? ਅਸੀਂ ਪ੍ਰਸ਼ਾਦਾ ਨਹੀਂ ਛਕਦੇ ਜੀ, ਅਸੀਂ ਫਲ ਵੀ ਨਹੀਂ ਛਕਦੇ ਜੀ, ਅਸੀਂ ਦੁੱਧ ਵੀ ਨਹੀਂ ਪੀਂਦੇ, ਅਸੀਂ ਇਹ ਨਹੀਂ ਖਾਂਦੇ, ਅਸੀਂ ਭੁੱਖੇ ਰਹਿਣ ਆਏ ਦੁਨੀਆ ਤੇ। ਮਹਾਰਾਜ ਨੂੰ ਪੁੱਛਿਆ ਸਤਿਗੁਰੂ ਭੁੱਖੇ ਕਿਉਂ ਰਹਿੰਦੇ? ਕਹਿਣ ਲੱਗੇ ਵੀ ਉਹਨਾਂ ਨੇ ਭਾਈ ਲੋਕਾਂ ਦੇ ਅਨਾਜ ਸਾੜੇ ਨੇ, ਫਸਲਾਂ ਸਾੜ ਦਿੱਤੀਆਂ ਲੋਕਾਂ ਦੀਆਂ ਅੱਗ ਲਾ ਕੇ, ਲੋਕਾਂ ਦੇ ਅਨਾਜ ਖਰਾਬ ਕਰ ਦਿੱਤੇ, ਵਿੱਚ ਮਿੱਟੀ ਪਾ ਕੇ ਰੇਤਾ ਸੁੱਟ ਕੇ। ਇਸ ਤਰ੍ਹਾਂ ਜਿਹੜੇ ਦੂਜਿਆਂ ਦਾ ਅਨਾਜ ਖਰਾਬ ਕਰਦੇ ਨੇ, ਪਰਮਾਤਮਾ ਨੇ ਫਿਰ ਉਹਨਾਂ ਨੂੰ ਇਹ ਜਨਮ ਹੀ ਇਹੋ ਜਿਹਾ ਦਿੱਤਾ ਵੀ ਜਾਓ ਭਾਈ ਭੁੱਖ ਦੇ ਨਾਲ ਹੀ ਫਿਰ ਲੜਦੇ ਮਰਦੇ ਰਹੋ, ਭੁੱਖੇ ਹੀ ਰਹੋ। ਕਦੇ ਪ੍ਰਸ਼ਾਦਾ ਮਿਲਿਆ ਕਦੇ ਨਾ ਮਿਲਿਆ, ਮੰਗ ਮੰਗ ਕੇ ਖਾਂਦੇ। ਇਹ ਭਾਈ ਉਹਨਾਂ ਦੇ ਕਰਮਾਂ ਦੀ ਗੱਲ ਹੈ। ਜਿਵੇਂ ਦਾ ਕੋਈ ਕਰਮ ਕਰਦਾ ਉਵੇਂ ਦੇ ਭੋਗਣ ਵਾਸਤੇ ਫਿਰ ਦੁਨੀਆ ਵਿੱਚ ਆਉਂਦਾ ਹੈ। ਮਹਾਰਾਜ ਫਿਰ ਫਰਮਾਉਂਦੇ ਹਨ, ਇੱਕ ਨੰਗ ਭੁੱਖੈ ਭਵੇ ਭਵਾਏ। ਸਤਿਗੁਰੂ ਜੀ ਦਾ ਬਚਨ ਹੈ, ਕੱਪੜ ਰੂਪ ਸੁਹਾਵਨਾ ਛੱਡ ਦੁਨੀਆ ਅੰਦਰ ਜਾਵਨਾ। ਜਿਨ੍ਹਾਂ ਨੇ ਪ੍ਰਮਾਤਮਾ ਦੀ ਸਿਫਤ ਨਹੀਂ ਨਾ ਕੀਤੀ, ਨਾਮ ਨਹੀਂ ਨਾ ਜਪਿਆ ਗੁਰਮੁਖੋ, ਉਹ ਜਿਹੜੇ ਸੰਸਾਰੀ ਵਿਕਾਰੀ ਲੋਕ ਨੇ, ਉਹ ਫਿਰ ਇਸ ਸੰਸਾਰ ਵਿੱਚ ਆਪਣਾ ਕੱਪੜਾ ਛੱਡ ਕੇ ਤੇ ਨੰਗੇ ਹੋ ਕੇ ਦੁਨੀਆ ਤੋਂ ਚੱਲਦੇ। ਜਿਨ੍ਹਾਂ ਨੇ ਉਹਦੀ ਸਿਫਤ ਕੀਤੀ ਹੈ ਨਾ, ਨਾਮ ਜਪਿਆ, ਉਹਨਾਂ ਨੂੰ ਜਸ ਰੂਪੀ ਪੁਸ਼ਾਕ ਮਿਲਦੀ। ਇੱਥੇ ਵੀ ਜਸ ਰਹਿੰਦਾ ਹੈ। ਜਦੋਂ ਪਰਲੋਕ ਦੇ ਰਾਹ ਤੇ ਚੱਲਦੇ ਉਦੋਂ ਜਸ ਰੂਪੀ ਉਹ ਕੱਪੜਾ ਪਹਿਨ ਕੇ ਚੱਲਦੇ। ਪ੍ਰਮਾਤਮਾ ਦੀ ਸਿਫਤ ਜੂ ਕਰੀ ਹੋਈ ਹੈ, ਸਿਫਤ ਰੂਪੀ ਉਹ ਕੱਪੜਾ ਪਾ ਲੈਂਦੇ। ਪਰ ਸੰਸਾਰੀ ਲੋਕ ਜਿਹੜੇ ਨੇ, ਮਹਾਰਾਜ ਕਹਿਣ ਲੱਗੇ ਕੱਪੜ ਰੂਪ ਸੁਹਾਵਨਾ ਛੱਡ ਦੁਨੀਆ ਅੰਦਰ ਜਾਵਨਾ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਨਾ। ਹੁਕਮ ਕੀਏ ਮਨ ਭਾਵਦੇ ਰਾਏ ਭੀੜੈ ਅੱਗੇ ਜਾਵਨਾ। ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਨਾ। ਕਰ ਅਵਗੁਣ ਪਛੋਤਾਵਨਾ। ਜਿਹੜੇ ਅਵਗੁਣ ਇਸ ਤਰ੍ਹਾਂ ਕਮਾਉਂਦੇ, ਉਹ ਫਿਰ ਇਸ ਤਰ੍ਹਾਂ ਭਾਈ ਪਛਚਾਤਾਪ ਕਰਦੇ। ਐਸੀ ਉਹਨਾਂ ਦੀ ਹਾਲਤ ਬਣਦੀ ਹੈ। ਮਹਾਰਾਜ ਕਹਿਣ ਲੱਗੇ ਭਾਈ ਇਹ ਕਰਮਾਂ ਦਾ ਗੇੜਾ ਹੈ। ਜਿਸ ਤਰ੍ਹਾਂ ਦੇ ਕੋਈ ਕਰਮ ਕਰਦਾ ਹੈ, ਸੰਸਾਰ ਦੇ ਵਿੱਚ ਲੋਕ ਜਿਹੜੇ ਵਿਕਾਰੀ ਨੇ, ਸੰਸਾਰੀ ਨੇ, ਉਹ ਜਦੋਂ ਦੁਨੀਆ ਤੋਂ ਜਾਂਦੇ ਨੰਗੇ ਹੋ ਕੇ ਹੀ ਜਾਂਦੇ। ਇਸ ਦੁਨੀਆ ਤੋਂ ਨੰਗੇ ਹੋ ਕੇ ਪਰਲੋਕ ਨੂੰ ਜਾਂਦੇ। ਜਿਹੜੇ ਗੁਰਮੁਖ ਨੇ ਉਹਨਾਂ ਨੂੰ ਜਸ ਰੂਪੀ ਪੁਸ਼ਾਕ, ਇਸ ਲੋਕ ਦੇ ਵਿੱਚ ਵੀ ਸਿਫਤ ਹੁੰਦੀ ਹੈ ਤੇ ਪਰਲੋਕ ਦੇ ਵਿੱਚ ਜਸ ਰੂਪੀ ਕੱਪੜਾ ਉਹਨਾਂ ਦੇ ਤਨ ਦੇ ਉੱਪਰ ਸ਼ੋਭਦਾ ਹੈ। ਇੱਕ ਹੱਠ ਕਰ ਮਰੇ ਨਾ ਕੀਮਤ ਪਾਏ। ਕੋਈ ਦੁਨੀਆ ਵਿੱਚ ਲੋਕ ਉਹ ਨੇ ਜਿਹੜੇ ਹੱਠ ਕਰਦੇ, ਹੱਠ ਕਰਦਿਆਂ ਕਰਦੇ ਮਰ ਜਾਂਦੇ ਵੀ ਆਹ ਕੰਮ ਤੇ ਕਰਨਾ ਹੀ ਨਹੀਂ। ਪਰ ਦੁਨੀਆ ਵਿੱਚ ਕੋਈ ਕੀਮਤ ਨਹੀਂ ਪੈਂਦੀ, ਕੋਈ ਮੁੱਲ ਨਹੀਂ ਪੈਂਦਾ ਹੈ। ਦੁਨੀਆ ਦੇ ਲੋਕ ਆਖਦੇ ਇਹ ਤੇ ਬੜਾ ਜਿੱਦੀ ਆਦਮੀ, ਬੜਾ ਜਿੱਦ ਕਰਨ ਵਾਲਾ, ਇਹਨੇ ਕਦੇ ਕਿਸੇ ਦੀ ਗੱਲ ਹੀ ਨਹੀਂ ਮੰਨੀ ਹੈ, ਮਨ ਦੀ ਮਰਜ਼ੀ ਹੱਠ ਕਰਦਾ। ਪਾਤਸ਼ਾਹ ਕਹਿੰਦੇ ਕੌਣ? ਜਿਹੜੇ ਹੱਠ ਕਰ ਕਰਕੇ, ਜਿੱਦ ਕਰ ਕਰਕੇ ਮਾਰੀ ਜਾਂਦੇ, ਉਹਨਾਂ ਦੀ ਕੋਈ ਕੀਮਤ ਨਹੀਂ ਪੈਂਦੀ, ਕੋਈ ਉਹਨਾਂ ਦਾ ਮੁੱਲ ਨਹੀਂ ਪੈਂਦਾ ਹੈ। ਫਿਰ ਫਰਮਾਉਂਦੇ ਹਨ, ਇੱਕ ਹੱਠ ਕਰ ਮਰੈ ਨਾ ਕੀਮਤ ਪਾਏ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ, ਇੱਕ ਲੋਕ ਹੱਠ ਕਰਕੇ ਮਰ ਜਾਂਦੇ, ਪ੍ਰਮਾਤਮਾ ਦੀ ਕੀਮਤ ਪਾ ਹੀ ਨਹੀਂ ਸਕਦੇ। ਪ੍ਰਮਾਤਮਾ ਦੀ ਕੀਮਤ ਨਹੀਂ ਉਹਨਾਂ ਕੋਲੋਂ ਪਾਏਗੀ, ਪ੍ਰਮਾਤਮਾ ਪਾਇਆ ਹੀ ਨਹੀਂ ਗਿਆ। ਕੇਵਲ ਆਪਣੇ ਹੱਥ ਦੇ ਵਿੱਚ ਹੀ ਸਾਰੀ ਉਮਰਾਂ ਕੱਢ ਕੇ ਮਰ ਗਏ ਹਨ। ਗਤ ਅਵਗਤ ਕੀ ਸਾਰ ਨਾ ਜਾਣਾ। ਇਸ ਕਰਕੇ ਭਾਈ ਐਸੇ ਜਿਹੜੇ ਪੁਰਸ਼ ਨੇ ਨਾ, ਜੋ ਗਤ ਤੇ ਅਵਗਤ, ਗਤ ਪ੍ਰਾਪਤੀ, ਅਵਗਤ ਨਾ ਪ੍ਰਾਪਤੀ, ਐਸੇ ਜਿਹੜੇ ਪੁਰਸ਼ ਨੇ ਨਾ ਪ੍ਰਾਪਤੀ ਤੇ ਨਾ ਪ੍ਰਾਪਤੀ, ਪ੍ਰਾਪਤੀ ਅਤੇ ਅਪ੍ਰਾਪਤੀ ਦੋਵਾਂ ਦੀ ਸਾਰ ਨਹੀਂ ਜਾਣਦੇ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ, ਗਤ ਮੋਕਸ਼, ਮੋਕਸ਼ ਦੀ ਸਾਰ ਦਾ ਵੀ ਨਹੀਂ ਪਤਾ, ਮੁਕਤ ਕਿਵੇਂ ਹੋਈਦਾ ਹੈ। ਤੇ ਅਵਗਤ ਤੋਂ ਭਾਵ ਹੁੰਦਾ ਗੁਰਮੁਖੋ ਬੰਧਨਾਂ ਵਿੱਚ ਪੈਣਾ। ਅਵਗਤ ਰੂਹਾਂ ਜਿਹਨੂੰ ਆਪਾਂ ਕਹਿ ਜਨਮਾਂ ਵਿੱਚ ਤੁਰੀਆਂ ਫਿਰਦੀਆਂ, ਭੂਤ ਪ੍ਰੇਤ ਬਣ ਜਾਣਾ, ਭਾਈ ਇਹਨਾਂ ਵਿੱਚੋਂ ਤੁਰੇ ਫਿਰਦੇ। ਮੋਕਸ਼ ਦਾ ਨਹੀਂ ਪਤਾ ਲੱਗਦਾ, ਮੁਕਤ ਕਿਵੇਂ ਹੋਈਦਾ।
ਅਵਗਤ ਜੂਨਾਂ ਵਿੱਚ ਤੁਰੇ ਫਿਰਦੇ ਹਨ। ਬੂਝੈ ਸ਼ਬਦ ਕਮਾਈ ਪਰ ਹੈ। ਜਿਹੜੇ ਸ਼ਬਦ ਦੀ ਕਮਾਈ ਕਰਦੇ ਉਹ ਪ੍ਰਮਾਤਮਾ ਦੀ ਸਾਰ ਨੂੰ ਬੁੱਝ ਲੈਂਦੇ ਹਨ। ਇੱਕ ਤੀਰਥ ਨਾਵੈ ਅੰਨ ਨਾ ਖਾਵੈ। ਇੱਕ ਉਹ ਲੋਕ ਨੇ ਜਿਨ੍ਹਾਂ ਨੇ ਪ੍ਰਾਣੀ ਇਹ ਕੀਤਾ ਵੀ ਬਸ ਤੀਰਥਾਂ ਤੇ ਇਸ਼ਨਾਨ ਹੀ ਕਰਨਾ ਹੈ। ਨਾ ਤੂੰ ਆਵੈ ਵਸ ਤੀਰਥ ਨਹਾਈਐ। ਗੁਰਬਾਣੀ ਦਾ ਬਚਨ, ਗੁਰਬਾਣੀ ਨੂੰ ਤਾਂ ਵੱਡਾ ਆਖਿਆ। ਬੜੀ ਸੌਖੀ ਹੈ ਬਾਣੀ ਪੜ੍ਹਨੀ, ਉਹ ਸਮਝ ਬੜੀ ਛੇਤੀ ਪੈ ਜਾਂਦੀ ਹੈ। ਗੁਰਬਾਣੀ ਤੋਂ ਬਿਨਾਂ ਗ੍ਰੰਥ ਤੇ ਹੋਰ ਵੀ ਬੜੇ ਨੇ, ਉਹਨਾਂ ਦੀ ਭਾਸ਼ਾ ਬੜੀ ਔਖੀ ਹੈ। ਜੇ ਤੁਹਾਡੇ ਸਾਹਮਣੇ ਕੋਈ ਪੜ੍ਹ ਵੀ ਦੇਵੇਗਾ ਤਾਂ ਵੀ ਸਮਝ ਨਹੀਂ ਆਉਣੀ ਵੀ ਇਹ ਕੀ ਪੜ੍ਹਿਆ ਹੈ। ਗੁਰਬਾਣੀ ਇੰਨੀ ਸੌਖੀ ਹੈ, ਆਪਾਂ ਪੰਕਤੀ ਪੜਾਂਗੇ ਉਸੇ ਵੇਲੇ ਸਮਝ ਆ ਜਾਂਦੀ ਵੀ ਮਹਾਰਾਜ ਕੀ ਕਹਿੰਦੇ। ਪਾਤਸ਼ਾਹ ਕਹਿਣ ਲੱਗੇ ਨਾ ਤੂੰ ਆਵੇਂ ਵਸ, ਤੂੰ ਨਹੀਂ ਵਸ ਆਉਂਦਾ। ਤੀਰਥ ਨਹਾਈਐ, ਤੀਰਥਾਂ ਤੇ ਇਸ਼ਨਾਨ ਕੀਤਿਆਂ ਵੀ ਨਹੀਂ ਪਰਮਾਤਮਾ ਮਿਲਦਾ। ਜੇ ਇਸ਼ਨਾਨ ਕੀਤਿਆਂ ਮਿਲੇ ਡੱਡੀਆਂ ਮੱਛੀਆਂ ਸਾਰੀਆਂ ਨੂੰ ਮਿਲਦਾ, ਪਰ ਮਿਲਿਆ ਨਹੀਂ। ਮਹਾਰਾਜ ਕਹਿਣ ਲੱਗੇ ਇੱਕ ਤੀਰਥ ਨਹਾਵੈ। ਇੱਕ ਉਹ ਲੋਕ ਨੇ ਜਿਹੜੇ ਤੀਰਥਾਂ ਤੇ ਨਹਾਉਂਦੇ ਰਹਿੰਦੇ, ਤੀਰਥਾਂ ਦੇ ਇਸ਼ਨਾਨ ਤੇ ਤੁਰੇ ਰਹਿੰਦੇ। ਤੇ ਇੱਕ ਉਹ ਨੇ ਅੰਨ ਨਾ ਖਾਵੇ। ਮੈਂ ਪ੍ਰਸ਼ਾਦਾ ਨਹੀਂ ਛਕਦਾ ਜੀ। ਅੰਨ ਨਹੀਂ ਖਾਂਦਾ, ਫਿਰ ਤੂੰ ਕੀ ਖਾਂਦਾ? ਮੈਂ ਤੇ ਫਲ ਹੀ ਖਾਂਦਾ ਜੀ, ਫਲੋਹਾਰੀ ਹਾਂ। ਲਿਆਓ ਫਲ ਲਿਆਓ ਮੇਰੇ ਵਾਸਤੇ। ਉਹ ਫਲ ਹੀ ਛਕਦੇ। ਪਾਤਸ਼ਾਹ ਨੂੰ ਪੁੱਛਿਆ ਮਹਾਰਾਜ ਕਿਉਂ? ਮਹਾਰਾਜ ਕਹਿਣ ਲੱਗੇ ਭਾਈ ਛੋਡਾ ਅੰਨ ਕਰੈ ਪਾਖੰਡ, ਨਾ ਹੋਏ ਸੁਹਾਗਣ ਨਾ ਓਏ ਰੰਡ। ਐਸੀ ਹਾਲਤ ਉਹਨਾਂ ਦੀ ਬਣੀ ਹੈ, ਨਾ ਉਹ ਸੁਹਾਗਣਾ ਵਿੱਚ ਨਾ ਉਹ ਰੰਡੀਆਂ ਵਿੱਚ, ਪਰਮਾਤਮਾ ਦੇ ਹੁਕਮ ਤੋਂ ਬਾਹਰੀ। ਇਤਿਹਾਸ ਦੇ ਵਿੱਚ ਬਚਨ ਸੁਣਾਇਆ ਜਾਂਦਾ ਵੀ ਪਹਿਲੇ ਯੁੱਗ ਦੇ ਵਿੱਚ ਕੋਈ ਬੀਬੀ ਹੋਈ ਹੈ, ਉਹਦਾ ਪਤੀ ਚੜ੍ਹਾਈ ਕਰ ਚੱਲਿਆ ਸੀ ਤੇ ਉਹਨੇ ਆਖਿਆ ਸੀ ਵੀ ਮੈਂ ਆਪਣੇ ਪਤੀ ਨੂੰ ਚੜ੍ਹਾਈ ਨਹੀਂ ਕਰਨ ਦੇਵਾਂਗੀ। ਵਰਤ ਰੱਖ ਲਿਆ ਉਸਨੇ ਤੇ ਸੂਰਜ ਨੂੰ ਛਿਪਣ ਨਹੀਂ ਦਿੱਤਾ ਕਿ ਜਾਂ ਚੜ੍ਹ ਨਹੀਂ ਦਿੱਤਾ। ਕੋਈ ਇਸ ਤਰ੍ਹਾਂ ਦੀ ਸਾਖੀ ਹੈ ਵੀ ਮੇਰਾ ਪਤੀ ਨਹੀਂ ਪੂਰਾ ਹੋਵੇਗਾ। ਉਸ ਵੇਲੇ ਪਤੀ ਦੀ ਜਾਨ ਬਚ ਗਈ, ਵਰਤ ਚੱਲ ਪਿਆ। ਇਹ ਦੁਨੀਆ ਦੇ ਲੋਕ ਐਸੀਆਂ ਸਾਖੀਆਂ ਕਹਾਣੀਆਂ ਪੜ੍ਹ ਕੇ ਉਹ ਕੰਮ ਤੇ ਕਰ ਲੈਂਦੇ, ਪਰ ਇਹ ਨਹੀਂ ਵੇਖਿਆ ਵੀ ਉਹ ਬੀਬੀ ਦਾ ਜੀਵਨ ਕੀ ਹੈ, ਉਹਦੀ ਕਮਾਈ ਕਿੰਨੀ, ਉਹਦਾ ਜਪ ਕਿੰਨਾ, ਉਹਦਾ ਤਪ ਕਿੰਨਾ, ਉਹਦੀ ਬੰਦਗੀ ਕਿੰਨੀ ਹੈ। ਤੇ ਫਿਰ ਵਰਤ ਰੱਖਿਆ ਵੀ ਤੇ ਉਹਦਾ ਹੀ ਸਫਲਾ ਨਾ ਜਿਹਦਾ ਜਪ ਤਪ ਹੈ, ਜਿਹਦੀ ਬੰਦਗੀ ਹੈ। ਸੋ ਜਿਹੜੀ ਜਤ ਸਤ ਵਿੱਚ ਪੂਰੀ ਹੈ ਉਹਦੀ ਤਾਂ ਚਲੋ ਕੀਤਾ ਹੋਇਆ ਮੰਨ ਲਓ ਕੋਈ ਕਰਮ ਫਲ ਦੇਵੇਗਾ। ਤੇ ਅੱਜ ਕੱਲ੍ਹ ਯੁੱਗ ਦਾ ਸਮਾਂ, ਸੰਸਾਰ ਦੇ ਲੋਕ ਵਿਕਾਰਾਂ ਵਿੱਚ ਪਏ ਹੋਏ, ਵਿਸ਼ਿਆਂ ਵਿੱਚ ਪਏ ਹੋਏ। ਨਾ ਕੋਈ ਤਨ ਦੀ ਮਰਿਆਦਾ, ਨਾ ਕੋਈ ਮਨ ਦੀ ਮਰਿਆਦਾ, ਨਾ ਕੋਈ ਗੁਰੂ ਦੀ ਮਰਿਆਦਾ ਹੈ। ਸਾਰੀਆਂ ਮਰਿਆਦਾ ਦਾ ਉਲੰਘਣ ਕੀਤਾ ਕਲਯੁੱਗ ਦੇ ਲੋਕਾਂ ਨੇ। ਇਹ ਆਖਦੇ ਅਸੀਂ ਵੀ ਵਰਤ ਰੱਖਾਂਗੇ ਸਾਡਾ ਵੀ ਪੂਰਾ ਹੋਵੇ, ਨਹੀਂ, ਇਹਨਾਂ ਦਾ ਪੂਰਾ ਨਹੀਂ ਹੋਣਾ। ਵਰਤ ਦੀ ਵੀ ਇੱਕ ਪਰਿਭਾਸ਼ਾ ਹੈ ਕਿ ਇਹ ਨਹੀਂ ਵੀ ਆਪਣੇ ਆਪ ਨੂੰ ਕਟਾ ਕੇ ਵਢਾ ਕੇ ਕਈ ਤਰ੍ਹਾਂ ਦੇ ਨਵੇਂ ਫੈਸ਼ਨਾਂ ਵਿੱਚ ਪਾ ਕੇ ਉਹਨਾਂ ਆਖੀਏ ਵਰਤ ਰੱਖਿਆ ਤੇ ਮੇਰਾ ਸਫਲਾ ਹੋਵੇ। ਨਹੀਂ, ਇਸ ਤਰ੍ਹਾਂ ਨਹੀਂ ਹੁੰਦਾ ਹੈ। ਮਹਾਰਾਜ ਕਹਿਣ ਲੱਗੇ ਅੰਨ ਨਾ ਖਾਵੈ। ਦੁਨੀਆ ਦੇ ਲੋਕ ਕਹਿੰਦੇ ਵੀ ਮੈਂ ਵਰਤ ਰੱਖ ਲਿਆ, ਮੈਂ ਅੰਨ ਨਹੀਂ ਖਾਂਦਾ, ਮੈਂ ਤੇ ਫਲੋਹਾਰੀ ਹੋ ਗਿਆ ਹਾਂ, ਮੈਂ ਤੇ ਫਲ ਹੀ ਛਕਦਾ ਹਾਂ। ਇਸ ਤਰ੍ਹਾਂ ਦੇ ਲੋਕ ਪਖੰਡ ਕਰਦੇ ਹਨ। ਇੱਕ ਅਗਨ ਜਲਾਵਹਿ ਦੇਹ ਖਪਾਵੈ। ਕਈ ਲੋਕ ਆਖਦੇ ਮੈਂ ਤੇ ਅੱਗ ਦੇ ਵਿੱਚ ਪਾ ਕੇ ਆਪਣੇ ਆਪ ਨੂੰ ਸਾੜ ਦਿਆਂਗਾ। ਇਸ ਤਰ੍ਹਾਂ ਦੇ ਲੋਕ ਵੀ ਦੁਨੀਆ ਤੇ ਹੋਏ, ਅੱਗ ਬਾਲ ਕੇ ਉੱਪਰ ਚੜ੍ਹ ਕੇ ਸੜ ਜਾਣਾ। ਪਾਤਸ਼ਾਹ ਕਹਿਣ ਲੱਗੇ ਅੱਗ ਦੇ ਸਾੜਨ ਦੇ ਨਾਲ ਵੀ ਭਾਈ ਪਰਮਾਤਮਾ ਨਹੀਂ ਕਦੇ ਕਿਸੇ ਨੂੰ ਮਿਲਿਆ ਹੈ। ਸੋ ਜੇ ਅੱਗ ਦੇ ਸੜਿਆ ਹੀ ਪਰਮਾਤਮਾ ਦੀ ਪ੍ਰਾਪਤੀ ਹੋਵੇ ਤੇ ਕਿੰਨੇ ਕੀੜੇ ਮਕੌੜੇ ਸੜ ਜਾਂਦੇ। ਮਹਾਰਾਜ ਕਹਿਣ ਲੱਗੇ ਗੋਹਾ ਅਤੇ ਲੱਕੜੀ ਅੰਦਰ ਕੀੜਾ ਹੋਏ। ਜਦੋਂ ਆਪਾਂ ਅੱਗ ਬਾਲਦੇ ਚੁੱਲ੍ਹੇ ਵਿੱਚ ਗੋਹੇ ਬਾਲੇ ਜਾਂਦੇ, ਲੱਕੜਾਂ ਸੁੱਕੀਆਂ, ਉਹਦੇ ਵਿੱਚ ਨਿੱਕੇ ਨਿੱਕੇ ਜਨੌਰ ਕੀੜੀਆਂ, ਕੀੜੇ ਵਿਚਾਰੇ, ਨਿੱਕੇ ਨਿੱਕੇ ਜੀਵ, ਉਹ ਕਿੰਨੇ ਸੜ ਜਾਂਦੇ ਅੱਗ ਦੇ ਵਿੱਚ। ਜੇ ਇਸ ਤਰ੍ਹਾਂ ਸੜਿਆ ਹੀ ਮੁਕਤੀ ਮਿਲੇ ਤੇ ਉਹਨਾਂ ਨੂੰ ਕਿਉਂ ਨਾ ਮਿਲ ਜਾਂਦੀ। ਨਹੀਂ, ਇੱਕ ਅਗਨ ਜਲਾਵੈ ਦੇਹ ਖਪਾਵੈ। ਆਪਣੀ ਦੇਹ ਨੂੰ ਖਪਾਉਣ ਵਾਸਤੇ ਅੱਗ ਦੇ ਵਿੱਚ ਸਾੜ ਸਾੜ ਕੇ ਆਪਣੇ ਆਪ ਨੂੰ ਮਰ ਜਾਂਦੇ। ਪਰਮਾਤਮਾ ਦੀ ਪ੍ਰਾਪਤੀ ਉਹਨਾਂ ਨੂੰ ਵੀ ਨਹੀਂ ਹੁੰਦੀ ਹੈ। ਫਿਰ ਫਰਮਾਉਂਦੇ ਹਨ ਇੱਕ ਅਗਨ ਜਲਾਵੈ ਦੇਹ ਖਪਾਵੈ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ ਕੁਝ ਲੋਕ ਐਸੇ ਨੇ ਉਹ ਚਾਰ ਧੂਣੀਆਂ ਤਾ ਲੈਂਦੇ। ਆਪਾਂ ਕਈ ਵਾਰੀ ਸਾਖੀ ਸਰਵਣ ਕੀਤੀ ਹੈ ਕਿ ਆਪਣੇ ਤੇ ਚਾਰ ਛਪੇਰੇ, ਚੌਵਾਂ ਨੁਕਰਾਂ ਤੇ ਚਾਰ ਧੂਣੀਆਂ ਬਾਲ ਲੈਣੀਆਂ। ਚੌਵਾਂ ਧੂਣੀਆਂ ਦਾ ਸੇਕ ਵਿਚਕਾਰ ਬਰਾਬਰ ਲੱਗੇ, ਉੱਥੇ ਆ ਬੈਠ ਜਾਣਾ ਵੀ ਚਾਵਾਂ ਪਾਸਿਆਂ ਤੋਂ ਪੂਰਾ ਸੇਕ ਮੈਨੂੰ ਲੱਗਦਾ ਪਿਆ। ਪੰਜਵਾਂ ਸਿਰ ਦੇ ਉੱਪਰ ਸੂਰਜ ਤਪਦਾ ਪਿਆ ਹੈ। ਇਸ ਤਰ੍ਹਾਂ ਪੰਜ ਧੂਣੀਆਂ ਦਾ ਸੇਕ ਆਪਣੇ ਆਪ ਨੂੰ ਦੇਣਾ। ਜਿੰਨੀ ਕੁ ਸੂਰਜ ਦੀ ਧੁੱਪ ਪੈਂਦੀ ਹੈ ਨਾ ਗਰਮੀ ਦੇ ਵਿੱਚ, ਇੱਦਾਂ ਦਾ ਸੇਕ ਚਾਰ ਛਪੇਰੇ ਬਰਾਬਰ ਹੀ ਲੈਣਾ ਅੱਗ ਬਾਲ ਕੇ। ਤੇ ਉਹ ਕਹਿੰਦੇ ਵੀ ਅਸੀਂ ਇਸ ਤਰ੍ਹਾਂ ਆਪਣੇ ਸਰੀਰ ਨੂੰ ਸੇਕ ਦਿੰਦੇ ਆ ਤੇ ਸਾਨੂੰ ਰੱਬ ਮਿਲ ਜਾਣਾ ਹੈ। ਮਹਾਰਾਜ ਕਹਿਣ ਲੱਗੇ ਇੱਕ ਅਗਨ ਜਲਾਵੈ। ਇੱਕ ਐਸੇ ਨੇ ਜਿਹੜੇ ਧੂਣੀਆਂ ਤਾ ਕੇ ਆਪਣੇ ਸਰੀਰ ਨੂੰ ਸਾਰੀ ਉਮਰ ਸਾੜਦੇ ਹੀ ਰਹਿੰਦੇ, ਸੇਕ ਹੀ ਦਿੰਦੇ ਰਹਿੰਦੇ, ਮੰਤਰਾਂ ਦਾ ਜਾਪ ਕਰਦੇ ਰਹਿੰਦੇ। ਦੇਹ ਖਪਾਵੈ, ਉਹਨਾਂ ਦੀਆਂ ਦੇਹਾਂ ਖਪ ਜਾਂਦੀਆਂ
ਪ੍ਰਾਪਤੀ ਉਹਨਾਂ ਨੂੰ ਕੁਝ ਵੀ ਨਹੀਂ ਹੁੰਦੀ ਹੈ, ਖਾਲੀ ਰਹਿ ਜਾਂਦੇ ਹਨ। ਰਾਮ ਨਾਮ ਬਿਨ ਮੁਕਤ ਨਾ ਹੋਈ। ਪਾਤਸ਼ਾਹ ਨੂੰ ਪੁੱਛਿਆ, ਮਹਾਰਾਜ ਫਿਰ ਕਿਵੇਂ ਮੁਕਤੀ ਹੁੰਦੀ ਹੈ? ਮਹਾਰਾਜ ਕਹਿੰਦੇ ਰਾਮ ਦੇ ਨਾਮ ਤੋਂ ਬਿਨਾਂ ਮੁਕਤੀ ਨਹੀਂ ਹੈ ਭਾਈ। ਜੇ ਮੁਕਤ ਹੋਣਾ ਚਾਹਣਾ ਨਾ, ਰਾਮ ਦਾ ਨਾਮ ਜਪਿਆ ਕਰ। ਰਾਮ ਦਾ ਨਾਮ ਕੀ ਹੈ? ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਹੈ ਨਾਮ ਜਿਹੜਾ ਗੁਰੂ ਨਾਨਕ ਸਾਹਿਬ ਨੇ ਬਖਸ਼ਿਆ। ਆਪਾਂ ਬਚਨ ਸਰਵਣ ਕੀਤੇ। ਸਤਯੁਗ ਦੇ ਵਿੱਚ ਪ੍ਰਮਾਤਮਾ ਨੇ ਵਵਾ ਅੱਖਰ ਬਖਸ਼ਿਸ਼ ਕੀਤਾ ਅਤੇ ਵਵੇ ਅੱਖਰ ਦਾ ਵਾਸਦੇਵ ਮੰਤਰ ਬਣਵਾ ਕੇ ਬ੍ਰਹਮਾ ਜੀ ਨੇ ਜਪਾਇਆ। ਤ੍ਰੇਤਾ ਯੁੱਗ ਆ ਗਿਆ, ਹਾਹਾ ਅੱਖਰ ਬਖਸ਼ਿਸ਼ ਕਰ ਦਿੱਤਾ। ਹਰ ਹਰ ਦਾ ਜਿਹੜਾ ਜਾਪ ਸੀ ਉਹ ਕਰਵਾਇਆ ਗਿਆ। ਦੁਆਪਰ ਯੁੱਗ ਦੇ ਵਿੱਚ ਉਸ ਵੇਲੇ ਗੱਗਾ ਅੱਖਰ ਬਖਸ਼ਿਸ਼ ਹੋਇਆ। ਜਨਕ ਵਰਗੇ ਰਾਜਿਆਂ ਉਹਨਾਂ ਨੇ ਗੋਬਿੰਦ ਗੋਬਿੰਦ ਦਾ ਜਾਪ ਕਰਾ ਛੱਡਿਆ। ਕਲਯੁੱਗ ਦਾ ਸਮਾਂ ਆਇਆ, ਰਾਰਾ ਅੱਖਰ ਮਿਲਿਆ ਸਾਧੂ ਸੰਤਾਂ ਨੂੰ, ਉਹਨਾਂ ਨੇ ਰਾਰੇ ਤੋਂ ਰਾਮ ਰਾਮ ਬਣਾ ਕੇ ਦੁਨੀਆ ਨੂੰ ਜਾਪ ਜਪਾਇਆ। ਗੁਰੂ ਨਾਨਕ ਸਾਹਿਬ ਮਹਾਰਾਜ ਆਏ ਸੰਸਾਰ ਵਿੱਚ। ਆਪਾਂ ਇਹ ਇਤਿਹਾਸ ਸਰਵਣ ਕੀਤਾ ਗੁਰਪੁਰਬ ਵਾਲੇ ਦਿਨ। ਉਹਨਾਂ ਨੇ ਮੁੱਖੋਂ ਆਉਂਦਿਆਂ ਹੀ ਆਖਿਆ ਵਾਹਿਗੁਰੂ। ਸਾਰੇ ਅੱਖਰ ਇਕੱਠੇ ਕਰਕੇ ਚੌਵਾਂ ਯੁੱਗਾਂ ਦੇ ਵਾਹਿਗੁਰੂ ਆਖਿਆ। ਪਾਤਸ਼ਾਹ ਕਹਿਣ ਲੱਗੇ ਇਹਦੇ ਬਿਨਾਂ ਮੁਕਤੀ ਨਹੀਂ ਹੋਣੀ। ਗੁਰੂ ਕਿਹਾ ਸਿੱਖਾ, ਭਾਵੇਂ ਆਪਣੇ ਆਪ ਨੂੰ ਨੰਗਾ ਰੱਖ ਲਾ, ਭਾਵੇਂ ਆਪਣੇ ਆਪ ਨੂੰ ਭੁੱਖਾ ਰੱਖ ਲਾ, ਭਾਵੇਂ ਤੀਰਥਾਂ ਤੇ ਤੁਰਿਆ ਫਿਰ, ਭਾਵੇਂ ਅਗਨੀ ਬਾਲ ਕੇ ਤੇ ਉਹਦੇ ਕੋਲ ਬੈਠਾ ਰਹੋ, ਜਿੰਨਾ ਚਿਰ ਵਾਹਿਗੁਰੂ ਮੰਤਰ ਦਾ ਜਾਪ ਨਹੀਂ ਨਾ ਕਰਦਾ ਉਹਨਾਂ ਚਿਰ ਮੁਕਤੀ ਨਹੀਂ ਹੈ। ਕਿਤ ਬਿਦ ਪਾਰ ਲੰਘਾਈ ਹੈ। ਗੁਰਮੁਖਾ ਕਿਸ ਤਰ੍ਹਾਂ ਦੇ ਨਾਲ ਪਾਰ ਲੰਘੇਗਾ? ਨਹੀਂ, ਪਾਰ ਲੰਘਿਆ ਨਹੀਂ ਜਾਣਾ ਜਿੰਨਾ ਚਿਰ ਨਾਮ ਨਹੀਂ ਜਪਦਾ ਹੈ। ਗੁਰਮਤਿ ਛੋੜੈ ਉਜੜ ਜਾਈ। ਇਸ ਕਰਕੇ ਜਿਹੜੇ ਗੁਰਮਤਿ ਨੂੰ ਛੱਡ ਦਿੰਦੇ ਨਾ, ਉਜੜ ਜਾਈ, ਉਹ ਸੰਸਾਰ ਵਿੱਚ ਉਜੜ ਜਾਂਦੇ, ਭਾਵ ਕਿ ਸੰਸਾਰ ਵਿੱਚ ਹੀ ਖੱਪ ਜਾਂਦੇ ਹਨ। ਮਨਮੁਖ ਰਾਮ ਨਾ ਜਪੇ ਅਵਾਈ। ਮਨਮੁਖ ਜਿਹੜੇ ਨੇ ਉਹ ਰਾਮ ਦੇ ਨਾਮ ਨੂੰ ਕਹਿੰਦੇ ਹੀ ਨਹੀਂ। ਜੇ ਕਹੀਏ ਨਾ ਭਾਈ ਨਾਮ ਜਪ ਲੋ, ਬੜਾ ਹੀ ਕੱਬਾ ਸੁਭਾਅ ਹੈ, ਬੜਾ ਟੁੱਟ ਕੇ ਅੱਗੋਂ ਪੈ ਜਾਂਦੇ। ਤੂੰ ਕੌਣ ਹੁੰਦਾ ਮੈਨੂੰ ਇਹ ਗੱਲ ਕਹਿਣ ਵਾਲਾ? ਮਨਮੁਖ ਬੰਦਾ ਅਵੈੜ ਸੁਭਾਅ ਦਾ ਹੈ, ਗੁੱਸੈਲਾ ਸੁਭਾਅ, ਹਰ ਵੇਲੇ ਲੜਾਈ ਝਗੜੇ ਵਾਸਤੇ। ਜਿਵੇਂ ਬਲਦ ਦਾ ਸੁਭਾਅ ਹੁੰਦਾ ਨਾ ਸਿੰਘ ਮਾਰਨਾ, ਹਰ ਵੇਲੇ ਉਹ ਸਿੰਘ ਤਾਂ ਨੂੰ ਕਰਕੇ ਹਿਲਾਉਂਦਾ ਹੀ ਰਹਿੰਦਾ ਵੀ ਆਓ ਮੇਰੇ ਕੋਲ, ਮੈਂ ਕਿਸੇ ਦੀ ਵੱਖੀ ਪਾੜਾਂ। ਮਨਮੁਖਾਂ ਦਾ ਸੁਭਾਅ ਐਸੇ ਬਲਦ ਵਰਗਾ ਹੈ, ਹਰ ਵੇਲੇ ਅਵੈੜਾ ਹੀ ਬੋਲਣਾ, ਮਾੜਾ ਹੀ, ਦੁੱਖ ਦੇਣ ਵਾਲੇ ਬਚਨ ਬੋਲਦੇ ਹਨ, ਪਰ ਨਹੀਂ ਜਪਦੇ ਪਰਮਾਤਮਾ ਦੇ ਨਾਮ ਨੂੰ, ਥੋੜਾ ਜਿੰਨਾ ਵੀ ਨਹੀਂ ਜਪਦੇ ਹਨ। ਪਚ ਪਚ ਬੁੱਢੇ ਕੂੜ ਕਮਾਵਾ। ਮਹਾਰਾਜ ਫਿਰ ਕੀ ਹਾਲਤ ਹੋਵੇਗੀ? ਪਾਤਸ਼ਾਹ ਕਹਿੰਦੇ ਹਾਲਤ ਕੀ ਹੋਣੀ ਹੈ? ਪਚ ਪਚ, ਪਚ ਪਚ ਕੇ ਭਾਵ ਹੁੰਦਾ ਗੁਰਮੁਖੋ ਫਸ ਫਸ ਕੇ, ਧੰਦਿਆਂ ਵਿੱਚ ਹੀ ਫਸ ਜਾਣਗੇ। ਜਿਵੇਂ ਕੋਈ ਵਿਅਕਤੀ ਦਲਦਲ ਵਿੱਚ ਫਸ ਜਾਂਦਾ ਨਾ, ਜਿੰਨੀ ਵਾਰੀ ਪੈਰ ਹਿਲਾਵੇਗਾ ਦਲਦਲ ਵਿੱਚ ਓਨਾ ਹੀ ਖੁੱਬਦਾ ਜਾਂਦਾ। ਮਨਮੁਖ ਬੰਦੇ ਧੰਦਿਆਂ ਵਿੱਚੋਂ ਹੀ ਨਹੀਂ ਨਿਕਲ ਪਾਉਂਦੇ। ਆਹ ਧੰਦਾ ਪੂਰਾ ਕਰ ਲਵਾਂ, ਹੁਣ ਮੈਂ ਘਰ ਦਾ ਕੰਮ ਕਰਨਾ ਹੀ ਨਹੀਂ। ਪੁੱਛ ਲਿਆ ਫਿਰ ਕੀ ਕਰੇਗਾ? ਕਹਿੰਦਾ ਹੁਣ ਮੈਂ ਤੀਰਥ ਯਾਤਰਾ ਕਰਾਂਗਾ, ਮੈਂ ਵੀ ਤੇ ਨਾਮ ਜਪ ਲਵਾਂ ਨਾ। ਚਲੋ ਵੇਖੀਦਾ ਵੀ ਇਹ ਹੁਣ ਨਾਮ ਜਪੇਗਾ। ਇੱਕ ਕੰਮ ਪੂਰਾ ਹੁੰਦਾ, ਦੂਜੇ ਨੂੰ ਪਹਿਲਾਂ ਫੜਿਆ ਹੁੰਦਾ ਉਹਨੇ। ਆਖਿਆ ਵੀ ਨਾਮ ਨਹੀਂ ਜਪਿਆ, ਆਹ ਇੱਕ ਕੰਮ ਰਹਿੰਦਾ ਸੀ ਇਹ ਵੀ ਕਰ ਹੀ ਲਈਏ, ਫਿਰ ਹੀ ਨਾਮ ਜਪਾਂਗੇ, ਫਿਰ ਤੀਰਥ ਯਾਤਰਾ ਕਰਾਂਗੇ। ਦੂਜਾ ਕੰਮ ਹੋਇਆ ਵੀ ਹੁਣ ਤੀਰਥ ਯਾਤਰਾ ਨਹੀਂ ਆ, ਤੀਜਾ ਕੰਮ ਇੱਕ ਹੋਰ ਨਿਕਲ ਆਇਆ। ਮਨਮੁਖ ਬੰਦਾ ਜਿਹੜਾ ਹੈ, ਜਿਵੇਂ ਕੋਈ ਦਲਦਲ ਵਿੱਚ ਫਸ ਜਾਂਦਾ ਹੈ, ਮਨਮੁਖ ਬੰਦਾ ਧੰਦੇ ਵਿੱਚ ਫਸ ਜਾਂਦਾ, ਨਿਕਲ ਹੀ ਨਹੀਂ ਪਾਉਂਦਾ ਹੈ। ਪੁੱਤਰਾਂ ਦੀ ਜ਼ਿੰਮੇਵਾਰੀ ਪਹਿਲਾਂ ਪੂਰੀ ਕਰ ਲਵਾਂ, ਫਿਰ ਮੈਂ ਰੱਬ ਵਾਲੇ ਪਾਸੇ ਤੁਰਾਂਗਾ। ਪੁੱਤਰਾਂ ਦੀ ਪੂਰੀ ਹੋ ਗਈ, ਚੱਲ ਪਈ ਤੁਰ ਪੋ। ਨਹੀਂ ਹੁਣ ਧੀਆਂ ਦੀ ਰਹਿ ਗਈ, ਉਹ ਵੀ ਪੂਰੀ ਕਰ ਹੀ ਲਈਏ। ਚਲੋ ਉਹ ਵੀ ਪੂਰੀ ਹੋ ਗਈ ਹੈ। ਨਹੀਂ ਹੁਣ ਪੋਤਰਿਆਂ ਦੀ ਪੈ ਗਈ ਹੈ, ਹੁਣ ਇਹ ਵੀ ਪੂਰੀ ਕਰ ਲਈ। ਦੋਤਰਿਆਂ ਦੀ ਇਹ ਵੀ ਪੂਰੀ ਕਰ ਲਈ ਹੈ। ਗਾਂ ਅੱਗੇ ਤੋਂ ਅੱਗੇ ਰਿਸ਼ਤੇਦਾਰੀਆਂ, ਅੱਗੇ ਤੋਂ ਅੱਗੇ ਝਮੇਲੇ। ਮਹਾਰਾਜ ਕਹਿੰਦੇ ਮਨਮੁਖ ਬੰਦਾ ਧੰਦਿਆਂ ਵਿੱਚ ਹੀ ਫਸਿਆ ਹੋਇਆ, ਨਿਕਲ ਹੀ ਨਹੀਂ ਸਕਦਾ, ਐਸੀ ਦਲਦਲ ਹੈ। ਪਾਤਸ਼ਾਹ ਕਹਿੰਦੇ ਕੂੜ ਕਮਾਵੇ, ਝੂਠ ਦੀ ਹੀ ਕਮਾਈ ਕਰਦੇ ਪਏ ਹਨ। ਕੂੜ ਕਾਲ ਬਹਿਰਾਈ ਹੈ। ਪਾਤਸ਼ਾਹ ਕਹਿਣ ਲੱਗੇ ਭਾਈ ਝੂਠਿਆਂ ਦਾ ਵੈਰੀ ਫਿਰ ਕਾਲ ਹੈ। ਜਿਹੜਾ ਕਾਲ ਹੈ ਨਾ, ਝੂਠਿਆਂ ਨੂੰ ਤੇ ਫਿਰ ਲੱਭ ਲੱਭ ਕੇ, ਜਿਵੇਂ ਬਿੱਲੀ ਚੂਹੇ ਨੂੰ ਫੜ ਕੇ ਲੈ ਆਉਂਦੀ ਹੈ ਨਾ, ਇਸ ਤਰ੍ਹਾਂ ਕਾਲ ਫਿਰ ਝੂਠਿਆਂ ਨੂੰ ਲੱਭ ਲੱਭ ਕੇ ਲੈ ਕੇ ਆਉਂਦਾ, ਛੱਡਦਾ ਨਹੀਂ ਹੈ। ਹੁਕਮੇ ਆਵੇ ਹੁਕਮੇ ਜਾਵੇ। ਗੁਰੂ ਨਾਨਕ ਦੇ ਪਾਤਸ਼ਾਹ ਨੂੰ ਪੁੱਛਿਆ ਮਹਾਰਾਜ ਸੰਸਾਰ ਕਿਵੇਂ ਬਣਿਆ ਤੇ ਸਮਿਟਣਾ ਕਿਵੇਂ ਹੈ? ਪਾਤਸ਼ਾਹ ਕਹਿੰਦੇ ਹੁਕਮੇ ਆਵੇ। ਇਹ ਜੀਵ ਜਿਹੜੇ ਨੇ ਹੁਕਮ ਦੇ ਵਿੱਚ ਆਏ ਜਨਮ ਲੈ ਕੇ, ਤੇ ਹੁਕਮ ਦੇ ਵਿੱਚ ਹੀ ਇਹਨਾਂ ਨੇ ਸੰਸਾਰ ਤੋਂ ਚਲੇ ਜਾਣਾ ਹੈ। ਬੂਝੈ ਹੁਕਮ ਸੋ ਸਾਚ ਸਮਾਵਾ। ਪਾਤਸ਼ਾਹ ਕਹਿਣ ਲੱਗੇ ਜਿਹੜੇ ਹੁਕਮ ਬੁੱਝਦੇ ਆ ਨਾ, ਉਹ ਸੱਚ ਵਿੱਚ ਸਮਾ ਜਾਂਦੇ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ। ਜਿਹੜੇ ਹੁਕਮ ਨੂੰ ਬੁੱਝਦੇ ਉਹ ਸੱਚ ਵਿੱਚ ਸਮਾ ਜਾਂਦੇ ਹਨ। ਨਾਨਕ ਸਾਚ ਮਿਲੈ ਮਨ ਭਾਵਾ। ਜਿਨ੍ਹਾਂ ਦੇ ਮਨ ਨੂੰ ਪਰਮਾਤਮਾ ਭਾਉਂਦਾ ਹੈ, ਮੇਰੇ ਮਨ ਵਿੱਚ ਪਰਮਾਤਮਾ ਭਾ ਗਿਆ ਤੇ ਮੈਨੂੰ ਸੱਚਾ ਨਾਮ ਮਿਲੇਗਾ। ਤੁਹਾਡੇ ਮਨ ਵਿੱਚ ਪਰਮਾਤਮਾ ਭਾਉਂਦਾ, ਸੱਚਾ ਨਾਮ ਮਿਲੇਗਾ।
ਜਿਨ੍ਹਾਂ ਦੇ ਮਨ ਨੂੰ ਉਹ ਭਾਉਂਦਾ ਹੈ ਉਹਨਾਂ ਨੂੰ ਸੱਚੇ ਨਾਮ ਦੀ ਪ੍ਰਾਪਤੀ ਹੁੰਦੀ ਹੈ। ਗੁਰਮੁਖ ਕਾਰ ਕਮਾਈ ਜਿਹੜੇ ਹੈ। ਗੁਰਮੁਖ ਨੇ ਨਾ ਭਾਈ, ਉਹਨਾਂ ਨੇ ਇਹ ਕਾਰ ਕਹੀਏ ਕੰਮ, ਗੁਰਮੁਖਾਂ ਨੇ ਸ੍ਰੇਸ਼ਟ ਕੰਮ ਕੀਤਾ। ਸੰਸਾਰੀ ਲੋਕਾਂ ਦਾ ਕੰਮ ਤੇ ਵਕਾਰੀ ਲੋਕਾਂ ਦਾ ਕੰਮ ਵਕਾਰ ਹੀ ਕਮਾਉਣੇ ਨੇ, ਮਨਮੁਖਾਂ ਦਾ ਕੰਮ ਮਨਮੁਖਤਾਈ ਕਰਨਾ ਹੈ। ਪਰ ਜਿਹੜੇ ਗੁਰਮੁਖ ਨੇ ਉਹਨਾਂ ਦਾ ਕੰਮ ਹੈ ਗੁਰਮੁਖਤਾਈ ਕਰਨਾ ਹੈ। ਗੁਰਮੁਖ ਹਰ ਵੇਲੇ ਪਰਮਾਤਮਾ ਦੇ ਨਾਮ ਨੂੰ ਜਪਦੇ ਰਹਿੰਦੇ, ਉਹਦੀ ਸਿਫਤ ਕਰਦੇ ਰਹਿੰਦੇ। ਗੁਰਮੁਖ ਕਾਰ ਕਮਾਈ ਹੈ, ਇਹ ਪਰਮਾਤਮਾ ਦਾ ਨਾਮ ਜਪ ਕੇ ਪਰਮਾਤਮਾ ਗੁਰਮੁਖਾਂ ਦੇ ਮਨ ਨੂੰ ਭਾਉਂਦਾ ਹੈ। ਇਹ ਜਿਹੜੀ ਕਾਰ ਹੈ, ਕੰਮ ਜਿਹੜਾ ਹੈ, ਇਹ ਗੁਰਮੁਖਾਂ ਨੇ ਕੀਤਾ ਭਾਈ, ਐਸਾ ਉਹਨਾਂ ਦਾ ਜੀਵਨ ਹੈ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ। ਅੱਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀਆਂ ਦਾ ਅੱਜ ਜਨਮ ਦਿਹਾੜਾ ਵੀ ਆਪਾਂ ਨੂੰ ਪ੍ਰਾਪਤ ਹੋ ਰਿਹਾ। ਅਨੰਦਪੁਰ ਸਾਹਿਬ ਦੀ ਧਰਤੀ ਤੇ ਮਹਾਰਾਜ ਸਾਹਿਬ ਜੀਆਂ ਦੇ ਘਰ ਦੇ ਅੰਦਰ ਇਹ ਤੀਜੇ ਪੁੱਤ ਨੇ ਆ ਕੇ ਅਵਤਾਰ ਧਾਰਿਆ, ਜਨਮ ਲਿਆ, ਜਿਨ੍ਹਾਂ ਦੀ ਸ਼ਹਾਦਤ ਜਿਹੜੀ ਹੈ ਉਹ ਫਤਿਹਗੜ੍ਹ ਸਾਹਿਬ ਦੇ ਅੰਦਰ ਨੀਹਾਂ ਵਿੱਚ ਚਿਣਨ ਤੇ ਨਾਲ ਕੀਤੀ ਗਈ। ਇਤਿਹਾਸ ਆਪਾਂ ਪਿੱਛੇ ਸਰਵਣ ਕੀਤਾ ਹੈ। ਐਸੇ ਸਾਹਿਬਜ਼ਾਦੇ ਮਹਾਂਪੁਰਖ ਦਾ ਜਨਮ ਦਿਹਾੜਾ ਵੀ ਪ੍ਰਾਪਤ ਹੋ ਰਿਹਾ ਹੈ। ਸਤਿਗੁਰੂ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਮੁਆਫੀ ਦਿਓ ਸੱਜਣ ਸੀਸੜੀਆਂ ਸਾਹਿਬ ਸਿਓ ਮਿਲੋ। ਹੁਕਮੇ ਆਵੈ ਹੁਕਮੇ ਜਾਵੈ, ਬੂਝੇ ਹੁਕਮ ਸੋ ਸਾਚ ਸਮਾਵੈ। ਨਾਨਕ ਸਾਚ ਮਿਲੇ ਮਨ ਭਾਵੈ, ਗੁਰਮੁਖ ਕਾਰ ਕਮਾਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਬੇਨਤੀ ਹੈ ਪਰਿਵਾਰ ਵੱਲੋਂ ਕਿ ਆਪ ਸੰਗਤਾਂ ਵਾਸਤੇ ਬਾਹਰ ਲੰਗਰ ਤਿਆਰ ਕੀਤਾ ਹੋਇਆ। ਜਿੰਨੀਆਂ ਵੀ ਸੰਗਤਾਂ ਆਪ ਆਏ ਹੋ, ਸਾਰੀ ਸੰਗਤ ਨੇ ਭਾਈ ਲੰਗਰ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ। ਇਹ ਬੇਨਤੀਆਂ ਆਪ ਸੰਗਤ ਨੇ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ